श्री राग महला पंजवा। शरण पए प्रभ आपने, गुर हुआ कृपाल। सतगुर कै उपदेस्यै, बिन से सर्ब जंजाल। गुर हुआ कृपाल ਦਾ ਮਤਲਬ ਗੁਰੂ ਰਹਿਮਤਵਾਨ ਹੁੰਦਾ ਹੈ। ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਯਾਨੀ ਜਿਸ ਤੇ ਗੁਰੂ ਰਹਿਮਤ ਕਰਦਾ ਹੈ, ਉਹ ਪ੍ਰਭੂ ਦੀ ਸ਼ਰਨ ਵਿੱਚ ਪੈਂਦਾ ਹੈ। ਪ੍ਰਭੂ ਦੀ ਸ਼ਰਨ ਵਿੱਚ ਪੈਣ ਦਾ ਮਤਲਬ ਉਹ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਸਤਿਗੁਰ ਕੈ ਉਪਦੇਸੈ, ਬਿਨ ਸੇ ਸਰਬ ਜੰਜਾਲ। ਇਸ ਨੂੰ ਉਪਦੇਸੀਏ ਨਹੀਂ ਪੜਨਾ, ਉਪਦੇਸੈ। ਉਪਦੇਸੈ ਦਾ ਮਤਲਬ ਉਪਦੇਸ਼ ਕਰਨ ਕਰਕੇ, ਉਪਦੇਸ਼ ਦੀ ਬਰਕਤ ਨਾਲ। ਤੇ ਜੰਜਾਲ ਦਾ ਮਤਲਬ ਹੈ ਧੰਦੇ, ਫੰਦੇ। ਜੰਜਾਲ ਦਾ ਮਤਲਬ ਝੂਠ, ਫਰੇਬ, ਵਿਸ਼ੇ ਵਿਕਾਰ, ਜਿਨ੍ਹਾਂ ਦੇ ਅੰਦਰ ਮਨੁੱਖ ਜਕੜਿਆ ਹੋਇਆ ਹੈ। ਤਾਂ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਮਨੁੱਖ ਦੇ ਸਾਰੇ ਜੰਜਾਲ ਨਾਸ ਹੋ ਜਾਂਦੇ ਨੇ। ਉਸ ਮਨੁੱਖ ਦੀ ਜ਼ਿੰਦਗੀ ਚੋਂ ਸਾਰੇ ਵਿਕਾਰ ਮਿਟ ਜਾਂਦੇ ਨੇ। ਅੰਦਰ ਲੱਗਾ RAM ਨਾਮ, ਅੰਮ੍ਰਿਤ ਨਦਰ ਨਿਹਾਲ। ਦੇਖੋ, ਅੰਦਰ ਰਾਰੇ ਥਲੇ ਔਂਕੜ ਔਰ ਅੰਦਰ ਦੇ ਰਾਰੇ ਨਾਲ ਸਿਹਾਰੀ, ਇਹ ਫਰਕ ਚੇਤੇ ਰੱਖਣ ਯੋਗ ਹੈ। ਅੰਦਰ ਜੋ ਹੈ ਰਾਰੇ ਨਾਲ ਔਂਕੜ ਜਿੱਥੇ ਹੈ, ਇੱਥੇ ਨਾਉਨ ਹੈ। ਇਹ ਸ਼ਬਦ ਇਹ ਨਾਉਨ ਹੈ। ਲੇਕਿਨ ਜਦੋਂ ਅੰਦਰ ਦੇ ਰਾਰੇ ਦੇ ਨਾਲ ਸਿਹਾਰੀ ਆ ਜਾਏ ਤਾਂ ਇਸ ਦਾ ਮਤਲਬ ਬਣ ਜਾਂਦਾ ਹੈ ਵਿੱਚ, ਅੰਦਰ ਵਿੱਚ। ਜਿਵੇਂ ਮਨ ਅੰਦਰ, ਮਨ ਵਿੱਚ। ਇੱਥੇ ਅੰਦਰ ਪੁਲਿੰਗ ਸ਼ਬਦ ਹੈ। ਇਹਦਾ ਮਤਲਬ ਹੈ ਹਿਰਦਾ। ਅੰਦਰ ਲੱਗਾ, ਲੱਗਾ ਵੀ ਪੁਲਿੰਗ ਹੈ ਕ੍ਰਿਆ। ਅੰਦਰ ਲੱਗਾ RAM ਨਾਮ, ਇੱਥੇ ਨਾਮ ਦੇ ਮੰਮੇ ਨਾਲ ਸਿਹਾਰੀ ਹੈ। ਨਾਮ ਵਿੱਚ, RAM ਨਾਮ ਦਾ ਮਤਲਬ RAM ਦੇ ਨਾਮ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਦਾ ਹਿਰਦਾ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਹਿੰਦਾ ਹੈ ਤੇ ਪ੍ਰਭੂ ਦੀ ਮਿਹਰ ਦੀ ਨਿਗਾਹ ਨਾਲ ਉਹਦਾ ਹਿਰਦਾ ਖਿੜ ਆਉਂਦਾ ਹੈ। ਨਿਹਾਲ ਦਾ ਮਤਲਬ ਉਹ ਨਿਹਾਲ ਹੋ ਜਾਂਦਾ ਹੈ, ਉਹਦੇ ਜੀਵਨ ਅੰਦਰ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ। ਤਾਂ ਉਸ ਦਾ ਹਿਰਦਾ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਰਹਿੰਦਾ ਹੈ ਔਰ ਪ੍ਰਭੂ ਦੀ ਰਹਿਮਤ ਦੀ ਨਜ਼ਰ ਦਾ ਪਾਤਰ ਹੋਣ ਕਰਕੇ ਉਸ ਦਾ ਹਿਰਦਾ ਹਮੇਸ਼ਾ ਖਿੜਿਆ ਰਹਿੰਦਾ ਹੈ। ਮਤਲਬ ਕਿ ਉਸ ਦੇ ਅੰਦਰ ਖੇੜਾ ਰਹਿੰਦਾ ਹੈ, ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਮਨ ਮੇਰੇ ਸਤਿਗੁਰ ਸੇਵਾ ਸਾਰ। ਇੱਥੇ ਸਾਰ ਦਾ ਮਤਲਬ ਹੈ ਸੰਭਾਲ, ਯਾਨੀ ਧਿਆਨ ਦੇ ਨਾਲ ਕਰ, ਆਪਣੇ ਮਨ ਵਿੱਚ ਵਸਾ। ਇਹ ਮੇਰੇ ਮਨ, ਗੁਰੂ ਦੀ ਦੱਸੀ ਸੇਵਾ ਧਿਆਨ ਦੇ ਨਾਲ ਕਰ। ਮਤਲਬ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਧਿਆਨ ਦੇ ਨਾਲ ਅਪਣਾ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਕ ਨਾ ਮਨਹੁ ਵਿਸਾਰ ਰਹਾਉ। ਇਹਦਾ ਰਿਜ਼ਲਟ ਕੀ ਨਿਕਲੇਗਾ? ਜੇ ਤੂੰ ਗੁਰੂ ਦੀ ਸੇਵਾ ਧਿਆਨ ਨਾਲ ਕਰੇਗਾ, ਗੁਰੂ ਦੇ ਦੱਸੇ ਰਾਹਾਂ ਤੇ ਧਿਆਨ ਦੇ ਨਾਲ ਚੱਲੇਗਾ, ਤਾਂ ਇਸ ਦਾ ਰਿਜ਼ਲਟ ਕੀ ਨਿਕਲੇਗਾ? ਕਰੇ ਦਇਆ ਪ੍ਰਭ ਆਪਣੀ। ਜਿਹੜਾ ਵੀ ਇਹ ਉਦਮ ਕਰਦਾ ਹੈ, ਪ੍ਰਭੂ ਉਸ ਤੇ ਆਪਣੀ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਇਸ ਲਈ ਇੱਕ ਨਿਮਕ ਨਾ ਮਨਹੁ ਵਿਸਾਰ, ਆਪਣੇ ਮਨ ਦੇ ਅੰਦਰੋਂ ਗੁਰੂ ਦੀ ਸਿੱਖਿਆ ਨੂੰ, ਗੁਰੂ ਦੀ ਸੇਵਾ ਨੂੰ, ਗੁਰੂ ਦੇ ਉਪਦੇਸ਼ ਨੂੰ ਇੱਕ ਪਲ ਵਾਸਤੇ ਵੀ ਨਾ ਭੁਲਾ। ਇੱਕ ਨਿਮਕ ਵਾਸਤੇ, ਇੱਕ ਪਲ ਭਰ ਵਾਸਤੇ ਵੀ ਨਾ ਭੁਲਾ। ਗੁਣ ਗੋਵਿੰਦ ਨਿਤ ਗਾਵੀਆਂ ਹੈ, ਅਵਗੁਣ ਕੱਟਣ ਹਾਰ। ਗਾਵੀਆਂ ਦਾ ਮਤਲਬ ਗਾਏ ਜਾਣੇ ਚਾਹੀਦੇ ਹਨ, ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਕੱਟਣ ਹਾਰ ਦਾ ਮਤਲਬ ਕੱਟਣ ਦੇ ਸਮਰੱਥ। ਹੇ ਭਾਈ, ਪ੍ਰਭੂ ਦੇ ਗੁਣ ਗਾਣੇ ਚਾਹੀਦੇ ਹਨ, ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਕਿਉਂਕਿ ਜੋ ਰੱਬੀ ਗੁਣ ਨੇ ਉਹ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਵਾਲੇ ਨੇ, ਸਾਰੇ ਅਵਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਨੇ। ਜਿਵੇਂ ਜੇ ਅਸੀਂ ਸੱਚ ਬੋਲਣਾ ਸ਼ੁਰੂ ਕਰਾਂਗੇ ਤਾਂ ਝੂਠ ਆਟੋਮੈਟਿਕਲੀ ਖਤਮ ਹੋ ਜਾਏਗਾ। ਸੱਚ ਦੇ ਅੰਦਰ ਸਮਰੱਥਾ ਹੈ ਝੂਠ ਨੂੰ ਖਤਮ ਕਰਨ ਦੀ। ਪ੍ਰੇਮ ਦੇ ਅੰਦਰ ਸਮਰੱਥਾ ਹੈ ਈਰਖਾ, ਦਵੇਸ਼, ਵੈਰ ਵਿਰੋਧ ਨੂੰ ਮਿਟਾਉਣ ਦੀ। ਮੁਸਕਰਾਹਟ ਦੇ ਅੰਦਰ ਸਮਰੱਥਾ ਹੈ
ਹੰਝੂਆਂ ਨੂੰ ਦੂਰ ਕਰਨ ਦੀ। ਤਾਂ ਜੋ ਗੋਬਿੰਦ ਦੇ ਗੁਣ ਨੇ, ਪ੍ਰਭੂ ਦੇ ਗੁਣ ਨੇ, ਉਹਨਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਕਿਉਂਕਿ ਰੱਬੀ ਗੁਣ ਸਾਰੇ ਅਵਗੁਣਾਂ ਨੂੰ ਕੱਟਣ ਦੇ ਸਮਰੱਥ ਨੇ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿੱਠੇ ਵਿਸਥਾਰ। ਬਿਨ ਹਰ ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ। ਵਿਸਥਾਰ ਦਾ ਮਤਲਬ ਖੁਲਾਰੇ, ਕੋਠੇ ਮੰਡਪ ਮਾੜੀਆਂ ਜਿਵੇਂ ਬਹੁਤ ਜ਼ਿਆਦਾ, ਯਾਨੀ ਵਿਸਥਾਰ ਦਾ ਮਤਲਬ ਖੁਲਾਰੇ। ਤਾਂ ਗੁਰੂ ਜੀ ਕਹਿੰਦੇ ਨੇ ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਵੇਖ ਲੈਣੇ, ਲੇਕਿਨ ਰੱਬੀ ਗੁਣਾਂ ਤੋਂ ਬਿਨਾ, ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ। ਖੁਸ਼ੀਆਂ, ਖੇੜੇ, ਪ੍ਰਸੰਨਤਾ ਔਰ ਸੁੱਖ ਨਹੀਂ ਮਿਲਦੀ। ਬੜੇ ਖਿਲਾਰੇ ਖਿਲਾਰ ਕੇ ਵੇਖ ਰਹੇ ਨੇ। ਦੇਖੋ, ਬਹੁਤ ਸਾਰੇ ਲੋਕਾਂ ਦੇ ਕੋਲ ਧਨ ਦੌਲਤ ਦੀ, ਪ੍ਰਾਪਰਟੀ ਦੀ ਬਹੁਲਤਾ ਹੈ, ਪਰ ਜੇ ਉਹਨਾਂ ਦੇ ਅੰਦਰ ਸ਼ੁਭ ਗੁਣ ਨਹੀਂ, ਦਇਆ ਨਹੀਂ, ਪਿਆਰ ਨਹੀਂ, ਮੁਹੱਬਤ ਨਹੀਂ, ਸਹਿਨਸ਼ੀਲਤਾ ਨਹੀਂ, ਤਾਂ ਉਹ ਦੁਖੀ ਰਹਿਣਗੇ। ਪਹਿਲੇ ਤੇ ਇਹ ਵਿਸਥਾਰ ਨੇ, ਗੁਣਾਂ ਤੋਂ ਬਿਨਾ ਸੁੱਖ ਨਹੀਂ ਹੈ। ਦੂਜੀ ਗੱਲ ਹੈ ਕਰਮ ਕਾਂਡਾਂ ਦੇ ਖਿਲਾਰੇ। ਬਥੇਰੇ ਲੋਕ ਵਰਤ ਰੱਖਦੇ ਨੇ, ਸਰਾਧ ਨਰਾਤੇ ਆਦਿ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਜਪ ਤਪ ਸੰਜਮ ਸਾਧਦੇ ਨੇ, ਸਮਾਧੀਆਂ ਲਾਉਂਦੇ ਨੇ, ਲੇਕਿਨ ਜ਼ਿੰਦਗੀ ਦੇ ਅੰਦਰ ਸੁੱਖ ਨਹੀਂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਬਹੁਤ ਖਿਲਾਰੇ ਖਿਲਾਰ ਕੇ ਵੇਖ ਲਿਆ, ਰੱਬੀ ਗੁਣਾਂ ਤੋਂ ਬਿਨਾ, ਸਿਫਤ ਸਲਾਹ ਤੋਂ ਬਿਨਾ ਸੁੱਖ ਨਹੀਂ ਮਿਲਦਾ। ਸਹਿਜੇ ਸਿਫਤੀ ਰਤਿਆਂ, ਭਵਜਲ ਉਤਰੇ ਪਾਰ। ਸਹਿਜੇ ਦਾ ਮਤਲਬ ਆਤਮਕ ਅਡੋਲਤਾ ਵਿੱਚ, ਸਿਫਤੀ ਦਾ ਮਤਲਬ ਸਿਫਤ ਸਲਾਹ ਵਿੱਚ, ਰਤਿਆਂ ਦਾ ਮਤਲਬ ਜੇ ਰੰਗੇ ਜਾਈਏ, ਤੇ ਭਵਜਲ ਦਾ ਮਤਲਬ ਸੰਸਾਰ ਸਾਗਰ, ਯਾਨੀ ਵਿਕਾਰਾਂ ਦੀਆਂ ਜੋ ਲਹਿਰਾਂ। ਤਾਂ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਪਿਆਰ ਪਾਇਆ, ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ, ਵਿਕਾਰਾਂ ਤੋਂ ਬਚ ਜਾਂਦੇ ਨੇ, ਆਤਮਕ ਮੌਤ ਤੇ ਮਰਨ ਤੋਂ ਬਚ ਜਾਂਦੇ ਨੇ। ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਧੂਰ। ਸਾਧੂ ਧੂਰ ਦਾ ਮਤਲਬ ਹੈ ਗੁਰੂ ਦੇ ਚਰਨਾਂ ਦੀ ਧੂੜ। ਸਾਧੂ ਦਾ ਮਤਲਬ ਗੁਰੂ, ਧੂੜ ਦਾ ਮਤਲਬ ਧੂੜ। ਸੰਜਮਾਂ ਦਾ ਮਤਲਬ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਦੇ ਸਾਧਨ। ਗੁਰੂ ਜੀ ਕਹਿੰਦੇ ਨੇ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਗੁਰੂ ਚਰਨਾਂ ਦੀ ਧੂੜ ਪ੍ਰਾਪਤ ਕਰਨ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ ਚਾਹੀਦਾ ਹੈ। ਗੁਰੂ ਚਰਨਾਂ ਦੀ ਧੂੜ ਪ੍ਰਾਪਤ ਕਰਨ ਦਾ ਮਤਲਬ ਗੁਰੂ ਦੇ ਉਪਦੇਸ਼ ਦਾ ਧਾਰਨੀ ਹੋਣਾ ਚਾਹੀਦਾ ਹੈ। ਗੁਰੂ ਤੋਂ ਗਿਆਨ ਦੀ ਦਾਤ ਲੈਣੀ ਚਾਹੀਦੀ ਹੈ। ਤਾਂ ਗੁਰੂ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਜੋ ਗੁਰੂ ਦੇ ਚਰਨਾਂ ਦੀ ਧੂੜ ਹੈ, ਯਾਨੀ ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਗਿਆਨ ਹੈ, ਉਪਦੇਸ਼ ਹੈ, ਇਹੋ ਹੀ ਹੈ ਤੀਰਥਾਂ ਦੇ ਇਸ਼ਨਾਨ, ਇਹੋ ਹੀ ਹੈ ਵਰਤ ਰੱਖਣਾ, ਔਰ ਇਹੋ ਹੀ ਹੈ ਇੰਦਰੀਆਂ ਨੂੰ ਵਸ ਵਿੱਚ ਕਰਨ ਦੇ ਲੱਖਾਂ ਉਦਮ। ਯਾਨੀ ਜੋ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹਨੂੰ ਲੱਖਾਂ ਸੰਜਮ ਕਰਨ ਦੀ ਲੋੜ ਨਹੀਂ, ਵਰਤ ਰੱਖਣ ਦੀ ਲੋੜ ਨਹੀਂ, ਤੀਰਥਾਂ ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਗੁਰੂ ਦੇ ਗਿਆਨ ਨੂੰ ਅਪਣਾਉਣ ਦੀ ਜ਼ਰੂਰਤ ਹੈ। ਲੋਕ ਕਮਾਵੇ ਕਿਸ ਤੇ, ਜਾਂ ਵੇਖੈ ਸਦਾ ਹਦੂਰ। ਜਾ ਨਹੀਂ ਪੜਨਾ, ਜਾਂ ਦਾ ਮਤਲਬ ਜਦੋਂ, ਲੂਕ ਦਾ ਮਤਲਬ ਲੁਕ ਕੇ। ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਪ੍ਰਭੂ ਹੈ ਉਹ ਇਹਨਾਂ ਵਿਖਾਵੇ ਦੇ ਕਰਮਾਂ ਦੇ ਨਾਲ ਖੁਸ਼ ਨਹੀਂ ਹੁੰਦਾ ਕਿ ਤੀਰਥਾਂ ਤੇ ਜਾ ਆਓ, ਪੁੰਨ ਦਾਨ ਕਰ ਲਓ ਤੇ ਨਾਲ 2 ਨੰਬਰ ਦੇ ਧੰਦੇ ਕਰੀ ਜਾਓ, ਇਹਦੇ ਨਾਲ ਰੱਬ ਖੁਸ਼ ਹੋ ਜਾਏ। ਬਹੁਤ ਸਾਰੇ ਲੋਕ ਨੇ, ਬਹੁ ਗਿਣਤੀ ਲੋਕ, ਜਿਨ੍ਹਾਂ ਨੇ ਧਾਰਮਿਕ ਪਹਿਨਾਵੇ ਵੀ ਪਹਿਨੇ ਨੇ, ਬਾਹਰੀ ਤੌਰ ਤੇ ਉਹ ਪੂਜਾ ਪਾਠ ਵੀ ਕਰ ਰਹੇ ਨੇ, ਮਾਲਾਵਾਂ ਵੀ ਫੇਰ ਰਹੇ ਨੇ, ਤੀਰਥਾਂ ਤੇ ਵੀ ਇਸ਼ਨਾਨ ਕਰ ਰਹੇ ਨੇ, ਲੇਕਿਨ ਠੱਗੀਆਂ ਵੀ ਰੱਜ ਕੇ ਮਾਰਦੇ ਨੇ, ਬੇਈਮਾਨੀ ਵੀ ਕਰਦੇ ਨੇ, 2 ਨੰਬਰ ਦੇ ਧੰਦੇ ਵੀ ਕਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੀਵਾਂ ਦੇ ਅੰਗ ਸੰਗ ਰਹਿ ਕੇ ਹਰ ਜੀਵ ਦੇ ਕਰਮਾਂ ਨੂੰ ਵੇਖ ਰਿਹਾ ਹੈ, ਤਾਂ ਫਿਰ ਲੁਕ ਕੇ ਕਿਹਦੇ ਤੋਂ ਮੰਦੇ ਕਰਮ ਕਰ ਰਿਹਾ ਹੈ? ਲੁਕ ਕੇ ਕਿਹਦੇ ਤੋਂ ਮੰਦੇ ਕਰਮ ਕਰ ਰਿਹਾ ਹੈ? ਕਿਹਦੇ ਤੋਂ ਲੁਕ ਕੇ ਕਰ ਰਿਹਾ ਹੈ? ਰੱਬ ਤੋਂ। ਕਿਵੇਂ? ਨਾਲ ਤੇ ਬੰਦਾ ਕਹਿੰਦਾ ਹੈ ਕਿ ਰੱਬ ਅੰਗ ਸੰਗ ਵਸਦਾ ਹੈ, ਨਾਲ ਬੰਦਾ ਇਹ ਗੱਲ ਕਹਿ ਰਿਹਾ ਕਿ ਰੱਬ ਜਗਤ ਦੇ ਕਣ ਕਣ ਵਿੱਚ ਵਿਆਪਕ ਹੈ, ਨਾਲੇ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ
ਸਾਰੇ ਇਨਸਾਨ ਕਹਿੰਦੇ ਨੇ ਉਹ ਅੰਤਰਜਾਮੀ ਹੈ, ਸਾਡੇ ਹਰ ਕੰਮ ਨੂੰ ਵੇਖ ਰਿਹਾ ਹੈ। ਤੇ ਬੰਦਾ ਪੁੱਛੇ ਫਿਰ ਲੁਕ ਕੇ ਕਿਹਦੇ ਤੋਂ ਕਰ ਰਹੇ ਹੋ? ਠੱਗੀਆਂ, ਬੇਈਮਾਨੀਆਂ, ਈਰਖਾ, ਦਵੇਸ਼, ਚੁਗਲੀ, ਨਿੰਦਾ। ਤਾਂ ਗੁਰੂ ਜੀ ਕਹਿੰਦੇ ਨੇ ਕੋਈ ਕਰਮ ਤੁਹਾਡਾ ਲੁਕਿਆ ਹੋਇਆ ਨਹੀਂ ਹੈ, ਰੱਬੀ ਹੁਕਮ ਦੇ ਅੰਦਰ ਹਰ ਸ਼ੈ ਵਾਛੀ ਜਾ ਰਹੀ ਹੈ। ਥਾਨ ਥਨੰਤਰ ਰਵ ਰਹਿਆ, ਪ੍ਰਭ ਮੇਰਾ ਭਰਪੂਰ। ਭਰਪੂਰ ਦਾ ਮਤਲਬ ਪੂਰੇ ਤੌਰ ਤੇ, ਥਾਨ ਥਨੰਤਰ ਦਾ ਮਤਲਬ ਹਰ ਥਾਂ ਤੇ। ਪ੍ਰਭੂ ਹਰ ਥਾਂ ਤੇ ਪੂਰੇ ਤੌਰ ਤੇ ਵਿਆਪਕ ਹੈ। ਸੱਚ ਪਾਤਸ਼ਾਹੀ, ਅਮਰ ਸੱਚ, ਸੱਚੇ, ਸੱਚਾ ਥਾਨ। ਸੱਚ ਦਾ ਮਤਲਬ ਸਦਾ ਫਿਰ ਰਹਿਣ ਵਾਲੀ, ਪਾਤਸ਼ਾਹੀ ਦਾ ਮਤਲਬ ਬਾਦਸ਼ਾਹੀ, ਅਮਰ ਦਾ ਮੀਨਿੰਗ ਹੁੰਦਾ ਹੈ ਹੁਕਮ, ਸੱਚੇ ਦਾ ਮਤਲਬ ਸਦਾ ਫਿਰ ਰਹਿਣ ਵਾਲੇ ਦਾ। ਪ੍ਰਭੂ ਦੀ ਪਾਤਸ਼ਾਹੀ ਸਦਾ ਕਾਇਮ ਹੈ। ਐਸੀ ਪਾਤਸ਼ਾਹੀ ਨਹੀਂ ਕਿ ਐਤਕੀ ਕੋਈ ਐਮਐਲਏ ਜਿੱਤੇ ਤੇ ਅਗਲੀ ਵਾਰੀ ਹਾਰ ਜਾਏ। ਪ੍ਰਭੂ ਦਾ ਹੁਕਮ ਅਟਲ ਹੈ। ਹੁਕਮ ਦਾ ਮਤਲਬ ਜੋ ਕੁਦਰਤੀ ਨਿਯਮ ਨੇ ਇਹ ਬਿਲਕੁਲ ਅਟਲ ਨੇ, ਇਹਨਾਂ ਨੂੰ ਕੋਈ ਤੋੜ ਫੋੜ ਨਹੀਂ ਕਰ ਸਕਦਾ। ਤੇ ਸਦਾ ਰਹਿਣ ਵਾਲੇ ਪ੍ਰਭੂ ਦਾ ਥਾਂ ਵੀ ਸੱਚ ਹੈ, ਸੱਚਾ ਹੈ। ਤੇ ਉਹ ਥਾਂ ਕਿਹੜਾ ਹੈ? ਇਹ ਪੂਰਾ ਜਗਤ, ਦਿਸਦਾ ਅਣਦਿਸਦਾ ਜਗਤ। ਸੱਚਾ ਦਾ ਮਤਲਬ ਉਕਾਈ ਤੋਂ ਰਹਿ। ਤਾਂ ਪ੍ਰਭੂ ਦੀ ਪਾਤਸ਼ਾਹੀ ਉਕਾਈ ਤੋਂ ਰਹਿ ਤੇ ਉਹਦਾ ਹੁਕਮ ਸੱਚ ਹੈ, ਉਕਾਈ ਤੋਂ ਰਹਿਤ ਹੈ। ਹੁਕਮ ਦਾ ਮਤਲਬ ਕੁਦਰਤੀ ਨਿਯਮ, ਕਿ ਉਹਦੀ ਰਹਿਣ ਦੀ ਥਾਂ ਉਕਾਈ ਤੋਂ ਰਹਿਤ ਹੈ। ਇਹ ਸਾਰੇ ਦਾ ਸਾਰਾ ਸੰਸਾਰ ਸੱਚਾ ਹੈ। ਸੱਚੀ ਕੁਦਰਤ ਧਾਰੀਆਂ, ਸੱਚ ਸਿਰਜਿਉਨ ਜਹਾਨ। ਸਿਰਜਿਉਨ ਦਾ ਮਤਲਬ ਉਹਨੇ ਪੈਦਾ ਕੀਤਾ ਹੈ। ਧਾਰਨ ਦਾ ਧਾਰੀਆਂ ਦਾ ਮਤਲਬ ਧਾਰੀ ਹੈ ਉਸਨੇ। ਤਾਂ ਸਦਾ ਫਿਰ ਪ੍ਰਭੂ ਨੇ ਅਟਲ ਕੁਦਰਤ ਰਚੀ ਹੈ ਔਰ ਇਹ ਸਾਰਾ ਜਗਤ ਪੈਦਾ ਕੀਤਾ ਹੈ। ਉਸਨੇ ਸਾਰੀ ਕੁਦਰਤ, ਸਾਰੀ ਕਾਇਨਾਤ ਧਾਰਨ ਕੀਤੀ ਹੈ, ਸਾਰਾ ਜਗਤ ਰਚਿਆ ਹੈ, ਭਾਵ ਰਚਨਹਾਰ। ਨਾਨਕ ਜਪੀਐ ਸੱਚ ਨਾਮ, ਹੋਂ ਸਦਾ ਸਦਾ ਕੁਰਬਾਨ। ਜਪੀਏ ਦਾ ਮਤਲਬ ਜਪਣਾ ਚਾਹੀਦਾ ਹੈ, ਤੇ ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਸੱਚ ਨਾਮ ਦਾ ਮਤਲਬ ਪ੍ਰਭੂ ਦਾ ਸੱਚਾ ਹੁਕਮ, ਪ੍ਰਭੂ ਦੀ ਸੱਚੀ ਸਿਫਤ ਸਲਾਹ। ਤਾਂ ਗੁਰੂ ਜੀ ਕਹਿੰਦੇ ਹਨ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੇ ਸੱਚੇ ਹੁਕਮ ਦੇ ਨਾਲ ਸਾਂਝ ਪਾਣੀ ਚਾਹੀਦੀ ਹੈ, ਉਹਦੀ ਸਿਫਤ ਸਲਾਹ ਨਾਲ ਸਾਂਝ ਪਾਣੀ ਚਾਹੀਦੀ ਹੈ। ਤੇ ਗੁਰੂ ਜੀ ਕਹਿੰਦੇ ਨੇ ਹੋ ਸਦਾ ਸਦਾ ਕੁਰਬਾਨ, ਕਿ ਮੈਂ ਉਸ ਪ੍ਰਭੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਵਾਰਨੇ ਸਦਕੇ ਜਾਂਦਾ ਹਾਂ। ਸ੍ਰੀ ਰਾਗ ਮਹਿਲਾ ਪੰਜਵਾਂ। ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਵੱਡ ਭਾਗੀ, ਵੱਡੇ ਭਾਗਾਂ ਨਾਲ। ਦੇਖੋ ਇੱਕ ਹੈ ਵਡਭਾਗੀ। ਵਡਭਾਗੀ ਦਾ ਮਤਲਬ ਵੱਡੇ ਭਾਗਾਂ ਵਾਲਾ, ਪਰ ਇੱਥੇ ਬਿੰਦੀ ਲਗਾ ਕੇ ਪੜਨਾ ਹੈ ਵਡਭਾਗੀ। ਵਡਭਾਗੀ ਦਾ ਮਤਲਬ ਵੱਡੇ ਭਾਗਾਂ ਨਾਲ, ਵੱਡੇ ਉਦਮ ਦੇ ਨਾਲ। ਧਨ ਖਾਟ ਦਾ ਮਤਲਬ ਧਨ ਇਕੱਠਾ ਕਰ। ਤੇ ਕਿਹੜਾ ਧਨ? ਉਦਮ ਕਰ ਹਰ ਜਾਪਣਾ। ਉਦਮ ਕਰਕੇ ਰੱਬੀ ਸਿਫਤ ਸਲਾਹ ਕਰ। ਜਾਪਣਾ ਦਾ ਮਤਲਬ ਜਪ, ਯਾਨੀ ਸਾਂਝ ਪਾ। ਉਦਮ ਕਰਕੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾ, ਤੇ ਵੱਡੇ ਭਾਗਾਂ ਦਾ ਨਾਲ ਪ੍ਰਭੂ ਦੇ ਇਸ ਨਾਮ ਧਨ ਨੂੰ, ਗੁਣਾਂ ਦੇ ਧਨ ਨੂੰ ਖੱਟ, ਉਹਨੂੰ ਇਕੱਠਾ ਕਰ। ਫਿਰ ਦੁਬਾਰਾ ਸਮਝ ਲਓ, ਉਦਮ ਕਰਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਔਰ ਵੱਡੇ ਭਾਗਾਂ ਨਾਲ ਪ੍ਰਭੂ ਦੇ ਸ਼ੁਭ ਗੁਣਾਂ ਨੂੰ ਖੱਟ, ਇਹਨਾਂ ਦੀ ਕਮਾਈ ਕਰ, ਇਹਨਾਂ ਨੂੰ ਇਕੱਠਿਆਂ ਕਰ। ਔਗਣ ਇਕੱਠੇ ਨਾ ਕਰ, ਗੁਣ ਇਕੱਠੇ ਕਰ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਸੰਤ ਸੰਗ ਦਾ ਮਤਲਬ ਸਤਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ। ਸਿਮਰਨਾ ਦਾ ਮਤਲਬ ਯਾਦ ਕੀਤਿਆਂ। ਕਾਟ ਦਾ ਮਤਲਬ ਤੂੰ ਕੱਟ ਲਏਗਾ। ਮਲ ਦਾ ਮਤਲਬ ਮੈਲ। ਜਨਮ ਜਨਮ ਕੀ ਦਾ ਮਤਲਬ ਜਨਮ ਜਨਮਾਂਤਰਾਂ ਦੀ, ਮੁੱਦਤਾਂ ਦੀ। ਤਾਂ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਰੱਬੀ ਗੁਣਾਂ ਨੂੰ ਯਾਦ ਕੀਤਿਆਂ ਤੂੰ ਜਨਮ ਜਨਮਾਂਤਰਾਂ ਦੀ, ਯਾਨੀ ਮੁੱਦਤਾਂ ਦੀ ਮੈਲ ਕੱਟ ਲਏਗਾ, ਜੋ ਮੈਲ ਤੇਰੇ ਅੰਦਰ ਭਰੀ ਹੋਈ ਹੈ।
ਕਿੰਨੀਆਂ ਸਾਰੀਆਂ ਪਸ਼ੂ ਬਿਰਤੀਆਂ ਸਾਡੇ ਅੰਦਰ ਭਰੀਆਂ ਪਈਆਂ ਨੇ। ਕਿੰਨੇ ਸਮੇਂ ਤੋਂ ਸਾਡੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਤੇ ਮਾੜੇ ਸੰਸਕਾਰ ਭਰੇ ਪਏ ਨੇ। ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਰੱਬੀ ਗੁਣਾਂ ਨੂੰ ਜੇ ਤੂੰ ਯਾਦ ਕਰੇਂਗਾ ਤਾਂ ਜਨਮ ਜਨਮਾਂਤਰਾਂ ਦੀ, ਭਾਵ ਮੁੱਦਤਾਂ ਦੀ ਜੋ ਵਿਕਾਰਾਂ ਦੀ ਮੈਲ ਹੈ, ਉਸ ਨੂੰ ਤੂੰ ਕੱਟ ਲੈਂਗਾ। ਇਹਦਾ ਮਤਲਬ ਕਿ ਐਸੀ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ, ਜੋ ਆਪਣੀ ਜ਼ਿੰਦਗੀ ਦੇ ਅੰਦਰੋਂ ਅਵਗੁਣਾਂ ਨੂੰ ਖਤਮ ਕਰਨਾ ਚਾਹੇ, ਨੈਗੇਟਿਵਿਟੀ ਨੂੰ ਮਿਟਾਉਣਾ ਚਾਹੇ, ਤਾਂ ਉਹ ਪੋਜ਼ਿਟਿਵਿਟੀ ਦਾ ਧਾਰਨੀ ਹੋ ਕੇ, ਗੁਣਾਂ ਦਾ ਧਾਰਨੀ ਹੋ ਕੇ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਦਾ ਸੰਚਾਰ ਕਰ ਸਕਦਾ ਹੈ ਔਰ ਆਪਣੇ ਅੰਦਰੋਂ ਨੈਗੇਟਿਵਿਟੀ, ਨਕਾਰਾਤਮਕਤਾ ਨੂੰ ਖਤਮ ਕਰ ਸਕਦਾ ਹੈ। ਮਨ ਮੇਰੇ ਰਾਮ ਨਾਮ ਜਪ ਜਾਪ। ਜਪ ਜਾਪ ਦਾ ਮਤਲਬ ਸਿਮਰ, ਸਾਂਝ ਪਾ। ਰਾਮ ਦਾ ਮਤਲਬ ਰਮਿਆ, ਨਾਮ ਦਾ ਮਤਲਬ ਹੁਕਮ ਜਾਂ ਪ੍ਰਭੂ ਦੇ ਗੁਣ। हे ਮੇਰੇ ਮਨ, ਰੱਬੀ ਗੁਣਾਂ ਦੇ ਨਾਲ, ਰੱਬੀ ਹੁਕਮ ਦੇ ਨਾਲ ਸਾਂਝ ਪਾ। ਰੱਬੀ ਗੁਣਾਂ ਦਾ ਧਾਰਨੀ ਹੋ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ। ਇਹਦਾ ਰਿਜ਼ਲਟ ਕੀ ਨਿਕਲੇਗਾ? ਜੇ ਮਨੁੱਖ ਰੱਬੀ ਗੁਣਾਂ ਦਾ ਧਾਰਨੀ ਹੋਏਗਾ, ਰੱਬੀ ਰਜ਼ਾ ਵਿੱਚ ਤੁਰੇਗਾ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਗੁਰੂ ਜੀ ਦੱਸ ਰਹੇ ਨੇ, ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੈ ਸੋਗ ਸੰਤਾਪ ਰਹਾਓ। ਮਨ ਇੱਛੇ ਦਾ ਮਤਲਬ ਮਨ ਭਾਉਂਦੇ, ਜੋ ਤੇਰੇ ਮਨ ਦੀ ਚਾਹਤ ਹੈ। ਤਾਂ ਮੈਂ ਪਹਿਲਾਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਮਨੁੱਖ ਦੀ ਜੋ 3 ਕਿਸਮ ਦੀ, ਸਾਰਿਆਂ ਦੀ ਇੱਕ ਸਾਂਝੀ ਚਾਹਤ ਹੈ ਕਿ ਮੈਨੂੰ ਮਾਣ ਮਿਲੇ, ਪਿਆਰ ਮਿਲੇ, ਮੈਨੂੰ ਸੁੱਖ ਮਿਲੇ ਔਰ ਮੈਂ ਮੁਕਤ ਹੋ ਜਾਵਾਂ। ਇਹ ਚਾਹਤ ਹਰ ਮਨੁੱਖ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਪੁੰਚ ਦਾ ਮਤਲਬ ਖਾ, ਚੂਕੇ ਦਾ ਮਤਲਬ ਮੁੱਕ ਜਾਏਗਾ, ਸੋਗ ਦਾ ਮਤਲਬ ਚਿੰਤਾ, ਸੰਤਾਪ ਦਾ ਮਤਲਬ ਦੁੱਖ। ਜੇ ਤੂੰ ਰੱਬੀ ਗੁਣਾਂ ਦੇ ਨਾਲ ਸਾਂਝ ਪਾਏਗਾ ਤਾਂ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਤੂੰ ਮਨ ਭਾਉਂਦੇ ਫਲ ਪ੍ਰਾਪਤ ਕਰੇਗਾ, ਸੁਖ ਮਾਣੇਗਾ। ਤੇਰਾ ਸਾਰਾ ਦੁੱਖ, ਕਲੇਸ਼, ਸਹਿਮ ਦੂਰ ਹੋ ਜਾਏਗਾ, ਰੱਬੀ ਗੁਣਾਂ ਦੇ ਨਾਲ ਸਾਂਝ ਪਾਇਆ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਜਿਸ ਕਾਰਨ ਦਾ ਮਤਲਬ ਜਿਸ ਮਨੋਰਥ ਵਾਸਤੇ। ਹੁਣ ਸਾਡੀ ਜ਼ਿੰਦਗੀ ਦਾ ਕੋਈ ਮਨੋਰਥ ਤਾਂ ਹੋਣਾ ਚਾਹੀਦਾ ਹੈ। ਜੇ ਕੋਈ ਜੀਵਨ ਦਾ ਗੋਲ ਨਹੀਂ, ਜੇ ਜੀਵਨ ਦਾ ਕੋਈ ਮਨੋਰਥ ਹੀ ਨਹੀਂ ਹੈ, ਤਾਂ ਫਿਰ ਇਹ ਜੀਵਨ ਬੇਕਾਰ ਔਰ ਵਿਅਰਥ ਹੋ ਜਾਏਗਾ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਡੇ ਬੋਲ ਕੈਸੇ ਹੋਣ, ਸਾਡੀ ਮਾਨਸਿਕਤਾ ਕੈਸੀ ਹੋਵੇ, ਸਾਡੀ ਸੋਚ ਕੈਸੀ ਹੋਵੇ, ਸਾਡਾ ਬਿਹੇਵੀਅਰ ਕੈਸਾ ਹੋਵੇ। ਬੰਦੇ ਦਾ ਗੋਲ ਚਾਹੀਦਾ ਨਾ। ਸਰੀਰਕ ਤੌਰ ਤੇ ਮੈਂ ਕੈਸੀ ਜ਼ਿੰਦਗੀ ਜੀਣੀ ਹੈ, ਮਾਨਸਿਕ ਤੌਰ ਤੇ, ਪਰਿਵਾਰਕ ਤੌਰ ਤੇ, ਵਿਵਹਾਰਕ ਤੌਰ ਤੇ। ਤਾਂ ਜੀਵਨ ਦਾ ਇੱਕ ਮਕਸਦ ਹੈ ਕਿ ਬੰਦਾ ਸਚਿਆਰ ਹੋ ਕੇ ਜੀਵੇ। ਕਿਵ ਸਚਿਆਰਾ ਹੋਈ ਹੈ? ਗੁਰੂ ਜੀ ਸਾਨੂੰ ਸਚਿਆਰ ਹੋਣ ਦਾ ਗੋਲ ਦੇ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਵਾਸਤੇ ਤੂੰ ਸਰੀਰ ਧਾਰਨ ਕੀਤਾ ਹੈ, ਜਿਸ ਮਨੋਰਥ ਵਾਸਤੇ, ਮਨੁੱਖਾ ਜੀਵਨ ਦੇ ਮਨੋਰਥ ਵਾਸਤੇ, ਸੋ ਪ੍ਰਭ ਡਿਠਾ ਨਾਲ। ਉਹ ਮਨੋਰਥ ਸੀ ਕਿ ਮੈਂ ਰੱਬ ਦੇ ਵਿੱਚ ਮਿਲਣਾ ਹੈ, ਰੱਬ ਵਰਗੇ ਹੋ ਕੇ ਜੀਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਰੱਬੀ ਗੁਣਾਂ ਦਾ ਧਾਰਨੀ ਹੋਏਗਾ ਤਾਂ ਉਸ ਪ੍ਰਭੂ ਨੂੰ ਵੀ ਆਪਣੇ ਅੰਗ ਸੰਗ ਵਸਦਾ ਹੋਇਆ ਵੇਖ ਲਵੇਂਗਾ। ਇਸੇ ਮਨੋਰਥ ਵਾਸਤੇ ਮਨੁੱਖਾ ਜਨਮ ਹਾਸਲ ਕੀਤਾ ਹੈ। ਤੇ ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ, ਮਨੋਰਥ ਪੂਰਾ ਕੀਤਾ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਿਆ, ਰੱਬੀ ਗੁਣਾਂ ਦਾ ਧਾਰਨੀ ਹੋਇਆ, ਉਹਨੇ ਪ੍ਰਭੂ ਨੂੰ ਅੰਗ ਸੰਗ ਵੇਖ ਲਿਆ। ਉਹਨੂੰ ਸਮਝ ਆ ਗਈ ਕਿ ਚਾਰ ਚੁਫੇਰੇ ਇੱਕ ਪ੍ਰਭੂ ਹੀ ਪ੍ਰਭੂ ਵਸ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ। ਜਲ ਦਾ ਮਤਲਬ ਜਲ ਵਿੱਚ, ਥਲ ਦਾ ਮਤਲਬ ਧਰਤੀ ਵਿੱਚ, ਮਹੀਲ ਦਾ ਮਤਲਬ ਆਕਾਸ਼ ਵਿੱਚ, ਪੁਲਾੜ ਵਿੱਚ, ਨਿਹਾਲ ਦਾ ਮਤਲਬ ਨਿਹਾਲੇ, ਵੇਖਦਾ ਹੈ। ਪ੍ਰਭੂ ਜਲ ਵਿੱਚ ਵੀ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਹਰ ਥਾਂ ਮੌਜੂਦ ਹੈ ਔਰ ਸਭ ਜੀਵਾਂ ਨੂੰ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਵੇਖਦਾ ਹੈ। ਜਿਨੇ ਪ੍ਰਭੂ ਨੂੰ ਅੰਗ ਸੰਗ ਜਾਣ ਲਿਆ ਨਾ,
ਉਹਦਾ ਇਹ ਯਕੀਨ ਬਣ ਜਾਂਦਾ ਹੈ, ਉਹਨੂੰ ਵਿਸ਼ਵਾਸ ਆ ਜਾਂਦਾ ਹੈ ਕਿ ਪ੍ਰਭੂ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਮੌਜੂਦ ਹੈ ਔਰ ਸਭ ਜੀਵਾਂ ਨੂੰ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਵੇਖ ਰਿਹਾ ਹੈ। ਹੁਣ ਪ੍ਰਭੂ ਕੇਵਲ ਮਿਹਰ ਕਰਦਾ ਹੈ, ਰਹਿਮਤ ਹੈ ਉਸ ਦੇ ਘਰ ਵਿੱਚ, ਰਹਿਮਤ ਦੀ ਬਰਸਾਤ ਹੁੰਦੀ ਹੈ, ਲੇਕਿਨ ਬਹੁਤ ਸਾਰੇ ਲੋਕ ਨੇ ਬਹੁ ਗਿਣਤੀ ਵਿੱਚ ਜੋ ਉਹਦੀ ਰਹਿਮਤ ਤੋਂ, ਨਦਰ ਤੋਂ ਵਾਂਝੇ ਰਹਿ ਜਾਂਦੇ ਨੇ। ਹੁਣ ਜੇ ਵਾਂਝੇ ਰਹਿ ਜਾਂਦੇ ਹਨ ਤਾਂ ਇਸ ਦਾ ਮੀਨਿੰਗ ਇਹ ਨਹੀਂ ਹੈ ਕਿ ਰੱਬ ਕਿਸੇ ਤੇ ਰਹਿਮਤ ਨਹੀਂ ਕਰਦਾ। ਦੀਵਾ ਜਗ ਰਿਹਾ ਹੈ, ਦੀਵਾ ਸਿਰਫ ਚਾਨਣ ਦਿੰਦਾ ਹੈ, ਤੇ ਜਿਹੜਾ ਦੀਵੇ ਵੱਲ ਪਿੱਠ ਕਰ ਲਵੇ ਉਹਦੇ ਅੱਗੇ ਹਨੇਰਾ ਹੋ ਜਾਂਦਾ ਹੈ। ਇਹ ਨਿਯਮ ਹੈ ਕੁਦਰਤੀ। ਬਰਸਾਤ ਹੋ ਰਹੀ ਹੈ, ਪਰ ਜੇ ਕੋਈ ਰੇਨ ਕੋਟ ਪਾ ਕੇ ਬਾਹਰ ਜਾਏਗਾ, ਸਿਰ ਤੇ ਛਤਰੀ ਤਾਣੇਗਾ, ਤਾਂ ਉਹਦੇ ਤੇ ਬਰਸਾਤ ਦੀ ਇੱਕ ਬੂੰਦ ਵੀ ਨਹੀਂ ਪਏਗੀ। ਇਹਦਾ ਮਤਲਬ ਰੱਬੀ ਰਹਿਮਤ ਤੋਂ ਵਾਂਝੇ ਅਸੀਂ ਖੁਦ ਹੋ ਜਾਂਦੇ ਹਾਂ। ਕੁਦਰਤ ਨੇ, ਰੱਬ ਨੇ ਰਹਿਮਤ ਕੀਤੀ ਹੈ। ਸੂਰਜ, ਚੰਦਰਮਾ, ਧਰਤੀ, ਆਕਾਸ਼, ਹਰ ਇਨਸਾਨ ਨੂੰ ਬਰਾਬਰ ਹੀ ਮਿਲੇ ਨੇ, ਸਮਾਂ ਬਰਾਬਰ ਮਿਲਿਆ ਹੈ। ਹਰ ਇੱਕ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ। ਹੁਣ ਇਹ ਰਹਿਮਤ ਹੀ ਤਾਂ ਹੈ ਸੁੱਖਾਂ ਵਾਸਤੇ, ਪਰ ਕਿਤਨਾ ਬਦਕਿਸਮਤ ਹੈ ਮਨੁੱਖ ਕਿ ਇਹ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਇਹ ਗੁਣਾਂ ਦੀ ਵਰਤੋਂ ਨਹੀਂ ਕਰਦਾ, ਇਸੇ ਕਰਕੇ ਰਹਿਮਤ ਤੋਂ ਵਾਂਝਾ ਰਹਿ ਜਾਂਦਾ। ਤਾਂ ਪ੍ਰਭੂ ਜਲ ਵਿੱਚ, ਥਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਪਰਿਪੂਰਨ ਹੈ ਔਰ ਸਭ ਨੂੰ ਰਹਿਮਤ ਭਰੀ ਨਜ਼ਰ ਦੇ ਨਾਲ ਵੇਖਦਾ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਸਾਚ ਦਾ ਮਤਲਬ ਸਦਾ ਥਿਰ ਰਹਿਣ ਵਾਲਾ ਪ੍ਰਭੂ। ਜਿਸ ਮਨੁੱਖ ਦੀ ਸਦਾ ਥਿਰ ਪ੍ਰਭੂ ਨਾਲ, ਸੱਚ ਨਾਲ ਪ੍ਰੀਤ ਬਣ ਜਾਂਦੀ ਹੈ, ਉਹਦਾ ਮਨ ਵੀ ਔਰ ਉਹਦਾ ਤਨ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਮਨ ਪਵਿੱਤਰ ਹੋਣ ਦਾ ਮਤਲਬ ਹੈ ਕਿ ਉਸਦੀ ਮੈਂਟੈਲਿਟੀ, ਉਹਦੀ ਸੋਚ ਪਵਿੱਤਰ ਹੋ ਜਾਂਦੀ ਹੈ, ਔਰ ਤਨ ਪਵਿੱਤਰ ਹੋਣ ਦਾ ਮਤਲਬ ਉਹਦੇ ਗਿਆਨ ਇੰਦਰੀ ਪਵਿੱਤਰ ਹੋ ਜਾਂਦੇ ਨੇ, ਉਹਦੇ ਕਰਮ, ਉਹਦਾ ਬਿਹੇਵੀਅਰ ਨਿਰਮਲ ਹੋ ਜਾਂਦਾ ਹੈ। ਕਿਹਦਾ? ਜਿਹਦੀ ਪ੍ਰੀਤ ਸੱਚ ਦੇ ਨਾਲ, ਪ੍ਰਭੂ ਦੇ ਨਾਲ ਲੱਗਦੀ ਹੈ। ਹੁਣ ਜਲਥਲ ਮਹਿਲ ਪੂਰਿਆ ਹੋਇਆ ਹੈ, ਲੇਕਿਨ ਮਨ ਤਨ ਨਿਰਮਲ ਉਹਦਾ ਹੀ ਹੋਵੇਗਾ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਵਾਂਗੇ। ਉਹਦਾ ਮਨ ਵੀ ਨਿਰਮਲ, ਉਹਦਾ ਤਨ ਵੀ ਨਿਰਮਲ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ। ਕੀਤ ਦਾ ਮਤਲਬ ਕੀਤੇ ਨੇ। ਚਰਨ ਭਜੇ ਦਾ ਮਤਲਬ ਜਿਨੇ ਸਿਮਰੇ, ਚਰਨ ਦਾ ਮਤਲਬ ਰੱਬ ਦੇ ਚਰਨ, ਯਾਨੀ ਰੱਬੀ ਜੋ ਗੁਣ ਨੇ। ਜਪ ਦਾ ਮਤਲਬ ਜਪਣਾ, ਤਪ ਦਾ ਮਤਲਬ ਤਪ ਤਪਣੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਸੇਵੇ, ਪ੍ਰਭੂ ਦੇ ਚਰਨ ਸੇਵੇ ਦਾ ਮਤਲਬ ਜੋ ਰੱਬ ਦੀ ਰਜ਼ਾ ਵਿੱਚ ਤੁਰਿਆ, ਜੋ ਰੱਬੀ ਗੁਣਾਂ ਦਾ ਧਾਰਨੀ ਹੋਇਆ, ਮੰਨ ਲਓ ਉਹਨੇ ਸਾਰੇ ਜਪ, ਸਾਰੇ ਤਪ ਕਰ ਲਏ, ਯਾਨੀ ਉਹਨੂੰ ਜਪ ਜਪਣ ਦੀ ਲੋੜ ਨਹੀਂ, ਉਹਨੂੰ ਤਪ ਤਪਣ ਦੀ ਲੋੜ ਨਹੀਂ ਹੈ। ਜਪ ਤਪ ਸਾਰੇ ਉਹਨੇ ਕਰ ਲਏ, ਸਮਝੋ, ਜਿਨਨੇ ਰੱਬੀ ਰਜ਼ਾ ਵਿੱਚ ਤੁਰਨਾ ਸਿੱਖ ਲਿਆ, ਜੋ ਰੱਬੀ ਗੁਣਾਂ ਦਾ ਧਾਰਨੀ ਹੋ ਗਿਆ। ਤੇ ਜੇ ਕੋਈ ਇਨਸਾਨ ਰੱਬੀ ਗੁਣਾਂ ਦਾ ਧਾਰਨੀ ਨਹੀਂ, ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦਾ, ਲੇਕਿਨ ਜਪ ਜਪੀ ਜਾ ਰਿਹਾ ਹੈ, ਤਪ ਤਪੀ ਜਾ ਰਿਹਾ ਹੈ, ਮੇਰ ਤੇਰ ਦੇ ਵਿਤਕਰੇ ਖਤਮ ਨਹੀਂ ਹੋਏ, ਤਾਂ ਗੁਰੂ ਜੀ ਕਹਿੰਦੇ ਹਨ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਚਤੁਰਾਈਆਂ ਨਾਲ ਨਹੀਂ ਨਾ ਪਾਇਆ ਜਾਂਦਾ। ਇਸ ਲਈ ਜਿਸਨੇ ਰੱਬੀ ਗੁਣ ਗਾਏ, ਜੋ ਰੱਬੀ ਚਰਨਾਂ ਦੀ ਸ਼ਰਨ ਵਿੱਚ ਰਿਹਾ, ਗੁਰੂ ਜੀ ਕਹਿੰਦੇ ਮੰਨ ਲਓ ਸਾਰੇ ਜਪ ਤਪ ਉਸਨੇ ਕਰ ਲਏ, ਉਹਨੂੰ ਜਪਾਂ ਤਪਾਂ ਆਦਿਕ ਦੀ ਜ਼ਰੂਰਤ ਨਹੀਂ ਹੈ। ਰਤਨ ਜਵੇਹਰ ਮਾਨਕਾ, ਅੰਮ੍ਰਿਤ ਹਰ ਕਾ ਨਾਉ। ਮਾਨਕਾ ਦਾ ਮਤਲਬ ਮੋਤੀ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਹਰ ਕਾ ਨਾਉ ਦਾ ਮਤਲਬ ਰੱਬੀ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਤਾਂ ਪ੍ਰਭੂ ਦਾ ਅਟਲ ਹੁਕਮ, ਪ੍ਰਭੂ ਦੀ ਸਿਫਤ ਸਲਾਹ, ਆਤਮਿਕ ਜੀਵਨ ਦੇਣ ਵਾਲੇ ਰਤਨ ਜਵਾਹਰ ਔਰ ਮੋਤੀ ਨੇ।
ਜਿਵੇਂ ਰਤਨ ਜਵਾਹਰ ਔਰ ਮੋਤੀ ਸਭ ਕੀਮਤੀ ਨੇ ਨਾ ਸਾਡੀ ਦੁਨੀਆ ਵਿੱਚ, ਇਸੇ ਤਰ੍ਹਾਂ ਦੁਨੀਆ ਦੇ ਅੰਦਰ ਦੇ ਸਭ ਕੰਮਾਂ ਤੋਂ ਕੋਈ ਉੱਤਮ ਕਰਮ ਕੀਮਤੀ ਹੈ, ਤੇ ਉਹ ਹੈ ਅੰਮ੍ਰਿਤ ਹਰ ਕਾ ਨਾਮ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰਨਾ। ਜੋ ਮਨੁੱਖ ਰੱਬੀ ਰਜ਼ਾ ਵਿੱਚ ਤੁਰਦਾ ਹੈ ਉਹ ਮਨੁੱਖ ਆਤਮਿਕ ਜੀਵਨ ਜੀ ਲੈਂਦਾ ਹੈ। ਤਾਂ ਪ੍ਰਭੂ ਦਾ ਹੁਕਮ, ਪ੍ਰਭੂ ਦੀ ਸਿਫਤ ਸਲਾਹ ਕੀਮਤੀ ਮਾਨਕ ਮੋਤੀ ਨੇ ਔਰ ਆਤਮਿਕ ਜੀਵਨ ਦੇਣ ਵਾਲੇ ਨੇ। ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਇਹਨੂੰ ਗਾਓ ਨਹੀਂ ਪੜਨਾ, ਗਾਓ। ਸੁਖ ਦਾ ਮਤਲਬ ਸੁਖ, ਸਹਿਜ ਦਾ ਮਤਲਬ ਆਤਮਿਕ ਅਡੋਲਤਾ, ਮਨ ਬਚਨ ਔਰ ਕਰਮ ਦੀ ਇਕਸਾਰਤਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਤਮਿਕ ਅਡੋਲਤਾ ਦੇ ਸੁਖ, ਆਨੰਦ ਤੇ ਰਸ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਰੱਬੀ ਗੁਣਾਂ ਨੂੰ ਗਾਉਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੇ ਦਾਸ ਨਾਨਕ ਸਦਾ ਪ੍ਰਭੂ ਦੇ ਗੁਣ ਗਾਉਂਦਾ ਰਹੋ। ਹੁਣ ਗੁਣ ਗਾਣਾ ਔਰ ਨਾਮ ਜਪਣਾ ਇੱਕੋ ਹੀ ਚੀਜ਼ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਰੱਬੀ ਗੁਣਾਂ ਦੀ ਬਰਕਤ ਦੇ ਨਾਲ ਆਤਮਿਕ ਅਡੋਲਤਾ ਦੇ ਸੁਖ, ਆਨੰਦ, ਰਸ ਪ੍ਰਾਪਤ ਹੁੰਦੇ ਹਨ। ਇਸ ਲਈ ਹਮੇਸ਼ਾ ਰੱਬੀ ਗੁਣਾਂ ਨੂੰ ਗਾਉਂਦੇ ਰਹੋ, ਭਾਵ ਰੱਬੀ ਗੁਣਾਂ ਦੇ ਧਾਰਨੀ ਹੋਵੋ। ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ। ਸ੍ਰੀ ਰਾਗ ਮਹਿਲਾ ਪੰਜਵਾਂ। ਸੋਈ ਸ਼ਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ। ਸੋਈ ਸ਼ਾਸਤ ਸੌਣ ਸੋਏ, ਇਹੋ ਸ਼ਾਸਤਰ ਤੇ ਇਹੋ ਸਗਨ ਨੇ। ਸੋਈ ਦਾ ਮਤਲਬ ਉਹ, ਸ਼ਾਸਤਰ ਦਾ ਮਤਲਬ ਸ਼ਾਸਤਰ, ਸੌਣ ਦਾ ਮਤਲਬ ਸ਼ੌਨਕ ਦਾ ਬਣਾਇਆ ਹੋਇਆ ਜੋਤਿਸ਼ ਦਾ ਸ਼ਾਸਤਰ। ਇੱਕ ਸੌਣ ਸ਼ਾਸਤਰ ਹੈ ਜੋ ਜੋਤਿਸ਼ ਦੇ ਨਾਲ ਸੰਬੰਧ ਰੱਖਦਾ ਹੈ ਔਰ ਜਿਸ ਦੇ ਅੰਦਰ ਫਲ ਵਗੈਰਾ ਲਿਖੇ ਨੇ ਕਿ ਇਹ ਕੰਮ ਕਰੋਗੇ ਤਾਂ ਇਸ ਕਰਮ ਦਾ ਇਹ ਫਲ ਹੈ, ਇਹ ਮੰਤਰ ਇੰਨੀ ਵਾਰੀ ਜਪੋਗੇ ਤਾਂ ਉਹਦਾ ਤੁਹਾਨੂੰ ਇਹ ਲਾਭ ਹੋਏਗਾ, ਇਸ ਦੇਵਤੇ ਨੂੰ ਖੁਸ਼ ਕਰਨ ਲਈ ਇਹ ਮੰਤਰ ਪੜ੍ਹਨਾ ਹੈ, ਫਿਰ ਦੇਵਤਾ ਹਾਜ਼ਰ ਹੋਏਗਾ ਤੇ ਉਹ ਤੁਹਾਨੂੰ ਫਲ ਵਗੈਰਾ ਦੇਵੇਗਾ। ਇਹ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਚੀਜ਼ ਹੈ। ਜਿਤ ਦਾ ਮਤਲਬ ਜਿਸ ਗੁਰੂ ਦੀ ਰਾਹੀਂ। ਤਾਂ ਕਿਉਂਕਿ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ ਹੀ ਰੱਬੀ ਗੁਣ ਗਾ ਸਕੀਦੇ ਨੇ। ਜਿਤ ਜਪੀਏ ਹਰ ਨਾਮ ਦਾ ਮਤਲਬ ਜਿਸ ਕਰਕੇ ਰੱਬੀ ਹੁਕਮ ਨੂੰ ਜਾਣਿਆ ਜਾ ਸਕਦਾ ਹੈ। ਜਪੀਏ ਦਾ ਮਤਲਬ ਜਾਣਿਆ ਜਾ ਸਕਦਾ ਹੈ, ਨਾਮ ਦਾ ਮਤਲਬ ਹੁਕਮ। ਜਿਸ ਕਰਕੇ ਰੱਬੀ ਹੁਕਮ ਦੀ ਸੂਝ ਪੈਂਦੀ ਹੈ, ਜਿਸ ਕਰਕੇ ਰੱਬੀ ਗੁਣ ਗਾਏ ਜਾ ਸਕਦੇ ਨੇ, ਉਹੀ ਸੌਣ ਹੈ, ਉਹੀ ਸ਼ਾਸਤਰ ਹੈ। ਤਾਂ ਕਿਹਦੇ ਕਰਕੇ ਅਸੀਂ ਜਪਦੇ ਹਾਂ ਨਾਮ, ਕਿਹਦੇ ਕਰਕੇ ਗੁਣਾਂ ਦੇ ਧਾਰਨੀ ਹੁੰਦੇ ਆ? ਗੁਰੂ ਕਰਕੇ ਨਾ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਉਹ ਗੁਰੂ ਹੀ ਸ਼ਾਸਤਰ ਹੈ, ਉਹ ਗੁਰੂ ਹੀ ਜੋਤਿਸ਼ ਸ਼ਾਸਤਰ ਹੈ, ਕਿਉਂਕਿ ਗੁਰੂ ਦੀ ਰਾਹੀਂ ਹੀ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਨੇ। ਇਸ ਲਈ ਸਾਨੂੰ ਕਿਸੇ ਸੌਣ ਸ਼ਾਸਤਰ ਆਦਿਕ ਦੀ ਜ਼ਰੂਰਤ ਨਹੀਂ ਹੈ। ਗੁਰੂ ਹੀ ਹੈ ਸਾਡੇ ਵਾਸਤੇ ਸਭ ਕੁਝ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਹੀ ਅਸੀਂ ਰੱਬੀ ਗੁਣ ਗਾ ਸਕਦੇ ਹਾਂ, ਰੱਬੀ ਗੁਣਾਂ ਦੇ ਨਾਲ ਸਾਂਝ ਪਾ ਸਕਦੇ ਹਾਂ। ਤਾਂ ਸਾਨੂੰ ਇੱਥੋਂ ਇਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਨੇ ਕਿ ਜਿਤਨੇ ਵੀ ਆ ਸਗਨ ਔਰ ਅਪਸਗਨ ਨੇ, ਕਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਲੋਕ ਉਲਝੇ ਹੋਏ ਸਨ। ਬਿੱਲੀ ਰਾਹ ਕੱਟ ਗਈ, ਕੁੱਤੇ ਨੇ ਕੰਨ ਫਟਕ ਦਿੱਤੇ, ਸ਼ਨੀਵਾਰ ਨੂੰ ਲੋਹਾ ਨਹੀਂ ਲੈਣਾ, ਵੀਰਵਾਰ ਨੂੰ ਸਿਰ ਨਹੀਂ ਧੋਣੇ, ਔਰ ਜੇ ਚੰਦਰ ਗ੍ਰਹਿਣ ਲੱਗ ਗਿਆ ਤੇ ਤਾਂ ਅਪਸ਼ਗਨ ਹੋ ਗਿਆ, ਸੂਰਜ ਗ੍ਰਹਿਣ ਅਪਸ਼ਗਨ ਹੋ ਗਿਆ, ਦਿਸ਼ਾਵਾਂ ਦੇ ਅਪਸ਼ਗਨ ਹੋ ਗਏ। ਇੱਕ ਕੋਈ ਸਗਨ ਅਪਸ਼ਗਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਅੰਦਰ ਲੋਕ ਇਹਨਾਂ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਨੇ। ਔਰ ਵਾਸਤੂ ਸ਼ਾਸਤਰ ਵਾਲਿਆਂ ਨੇ ਅੱਜ ਵੀ ਪੜ੍ਹੇ ਲਿਖੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਹੈ। ਤੇ ਹੈਰਾਨਗੀ ਇਸ ਗੱਲ ਦੀ ਹੈ ਕਿ ਜੇ ਕੋਈ ਮੇਰੇ ਵਰਗਾ ਅਨਪੜ੍ਹ ਮਨੁੱਖ ਇਹਨਾਂ ਵਹਿਮਾਂ ਭਰਮਾਂ ਚੱਕਰਾਂ ਵਿੱਚ ਪੈ ਜਾਏ ਤਾਂ ਫਿਰ ਕੋਈ ਅਫਸੋਸ ਨਹੀਂ ਹੁੰਦਾ, ਕਿਉਂਕਿ ਅਨਪੜ੍ਹ ਬੰਦਾ ਹੈ, ਉਸਨੂੰ ਪਤਾ ਹੀ ਨਹੀਂ। ਪਰ ਜਿਨ੍ਹਾਂ ਦੇ ਕੋਲ ਮਾਸਟਰ ਡਿਗਰੀਆਂ ਨੇ ਐਸੇ ਵਹਿਮਾਂ ਦੇ ਅੰਦਰ, ਉਹ ਲੋਕ ਜਦੋਂ ਪੈਂਦੇ ਨੇ ਫਿਰ ਅਫਸੋਸ ਹੁੰਦਾ ਹੈ ਕਿ ਤੁਹਾਡੇ ਘਰ ਦਾ ਬੂਹਾ ਇਧਰ ਨੂੰ ਚਾਹੀਦਾ। ਹਾਂ ਠੀਕ ਹੈ, ਰੋਸ਼ਨੀ ਮੁਤਾਬਕ ਠੀਕ ਹੈ, ਲੇਕਿਨ ਇਹਦੇ ਨਾਲ ਕਿ ਜੇ ਤੁਹਾਡਾ ਅਮੇਜ ਇਸ ਗੁੱਠ ਵਿੱਚ ਰੱਖੋਗੇ ਤਾਂ ਤੁਹਾਡੇ ਧਨ ਦਾ ਨੁਕਸਾਨ ਹੋ ਜਾਏਗਾ।
ਜੇ ਤੁਹਾਡੇ ਘਰ ਦੇ ਵਿੱਚ ਸਟੀਲ ਦੇ ਭਾਂਡੇ ਨਾ ਹੋਏ ਤੇ ਤੁਹਾਡਾ ਬੈਂਕ ਬੈਲੈਂਸ ਖਤਮ ਹੋ ਜਾਏਗਾ। ਇਹ ਮੂਰਖਤਾ ਭਰੇ ਕਰਮ ਨੇ ਔਰ ਲੋਕ ਅੱਜ ਵੀ ਕਰ ਰਹੇ ਨੇ। ਦੇਖੋ, ਜਿਹੜਾ ਵਸਤੂ ਸ਼ਾਸਤਰ ਵਗੈਰਾ ਹੈ ਉਹ ਲੋਕਾਂ ਨੂੰ ਦੱਸਦੇ ਨੇ ਕਿ ਇੱਥੇ ਦੁਕਾਨ ਖੋਲੋ, ਇਧਰ ਨੂੰ ਮੂੰਹ ਕਰੋ, ਫਿਰ ਤੁਹਾਡੀ ਦੁਕਾਨ ਚੱਲੇਗੀ। ਇਹਦਾ ਇੱਕ ਪ੍ਰਤੱਖ ਪ੍ਰਮਾਣ ਹੈ। ਕਦੀ ਇਹ ਸ਼ਰਾਬ ਦੇ ਠੇਕੇ ਵਾਲਿਆਂ ਨੇ ਵਾਸਤੂ ਸ਼ਾਸਤਰ ਵਾਲਿਆਂ ਤੋਂ ਨਹੀਂ ਪੁੱਛਿਆ। ਗੰਦੇ ਨਾਲੇ ਦੇ ਪਰਲੇ ਪਾਸੇ ਖੋਲ ਦਿਓ, ਪੁੱਲ ਨਾ ਹੋਵੇ, ਲੋਕ ਨਾਲੇ ਦੇ ਵਿੱਚੋਂ ਦੀ ਜਾ ਕੇ ਖਰੀਦ ਲੈਂਦੇ ਨੇ ਚੰਗੇ ਭਲੇ ਚ, ਉੱਥੇ ਨਹੀਂ ਵਾਸਤੂ ਸ਼ਾਸਤਰ ਕੰਮ ਕਰਦਾ। ਤਾਂ ਮੇਰੇ ਕਹਿਣ ਤੋਂ ਭਾਵ ਹੈ ਕਿ ਜੋ ਇਨਸਾਨ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੇਗਾ, ਯੂਨੀਵਰਸਲ ਟਰੁੱਥ ਨੂੰ ਸਮਝੇਗਾ, ਕਿਉਂਕਿ ਗੁਰਬਾਣੀ ਬ੍ਰਹਿਮੰਡੀ ਸੱਚ ਹੈ, ਉਹਨੂੰ ਚੰਗੇ ਮਾੜੇ ਦੀ ਅਸਲ ਨਕਲ ਦੀ ਸਮਝ ਆਏਗੀ, ਤਾਂ ਉਹ ਇਹਨਾਂ ਵਹਿਮਾਂ ਭਰਮਾਂ ਤੋਂ ਉਤਾਂ ਉੱਠ ਜਾਏਗਾ। ਉਹ ਕੇਵਲ ਔਰ ਕੇਵਲ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇਂ ਥਾਉ। ਗੁਰ ਦਾ ਮਤਲਬ ਗੁਰੂ ਨੇ। ਜੇ ਗੁਰ ਦਾ ਰਾਰਾ ਮੁਕਤਾ ਹੁੰਦਾ ਤਾਂ ਇਹਦਾ ਮਤਲਬ ਹੋਣਾ ਸੀ ਹੇ ਗੁਰੂ, ਪਰ ਇੱਥੇ ਰਾਰੇ ਨਾਲ ਸਿਹਾਰੀ ਹੈ, ਇਹਦਾ ਮਤਲਬ ਗੁਰੂ ਨੇ। ਚਰਨ ਕਮਲ ਦਾ ਮਤਲਬ ਕੌਲ ਫੁੱਲ ਵਰਗਾ ਸੋਹਣਾ ਚਰਨ, ਤਾਂ ਨਿਥਾਵੇਂ ਦਾ ਮਤਲਬ ਨਿਆਸਤਰਾ ਬੰਦਾ। ਜਿਸ ਨਿਆਸਤਰੇ ਬੰਦੇ ਨੂੰ ਗੁਰੂ ਨੇ ਪ੍ਰਭੂ ਦੇ ਸੋਹਣੇ ਚਰਨਾਂ ਦੀ ਪ੍ਰੀਤ ਦਾ ਧਨ ਦੇ ਦਿੱਤਾ। ਸੋਹਣੇ ਚਰਨਾਂ ਦੀ ਪ੍ਰੀਤ ਦਾ ਮਤਲਬ ਰੱਬੀ ਗੁਣਾਂ ਦੀ ਪ੍ਰੀਤ ਦਾ ਧਨ ਦੇ ਦਿੱਤਾ। ਉਹਨੂੰ ਨਿਥਾਵੇਂ ਨੂੰ ਥਾਂ ਮਿਲ ਗਿਆ। ਉਹਦਾ ਭਟਕਦਾ ਹੋਇਆ ਮਨ ਫਿਰ ਟਿਕ ਜਾਂਦਾ ਹੈ। ਉਹਦਾ ਮਨ ਵਿਕਾਰਾਂ ਪਾਪਾਂ ਵਿੱਚ ਭਟਕਦਾ ਨਹੀਂ। ਉਹਦਾ ਮਨ ਆਪਣੇ ਗੋਲ ਦੇ ਉੱਤੇ ਟਿਕਿਆ ਰਹਿੰਦਾ ਹੈ ਔਰ ਉਹਨੂੰ ਜਗਤ ਅੰਦਰ ਮਾਣ, ਆਦਰ ਅਤੇ ਸਤਿਕਾਰ ਮਿਲਦਾ ਹੈ। ਸਾਚੀ ਪੂੰਜੀ ਸੱਚ ਸੰਜਮੋ, ਆਠ ਪਹਿਰ ਗੁਣ ਗਾਓ। ਗਾਓ ਦਾ ਮਤਲਬ ਗਾਉਂਦਾ ਰਹੋ। ਸਾਚੀ ਦਾ ਮਤਲਬ ਸਦਾ ਸਥਿਰ ਰਹਿਣ ਵਾਲੀ, ਪੂੰਜੀ ਦਾ ਮਤਲਬ ਸਰਮਾਇਆ, ਸੰਜਮੋ ਦਾ ਮਤਲਬ ਇੰਦਰੀਆਂ ਨੂੰ ਵਸ ਕਰਨ ਦੇ ਜੋ ਯਤਨ ਨੇ। ਹੇ ਮੇਰੇ ਮਨ, ਪ੍ਰਭੂ ਦੇ ਗੁਣ ਗਾਉਂਦਾ ਰਹੋ, ਆਠ ਪਹਿਰ ਗੁਣ ਗਾਓ। ਅੱਠੇ ਪਹਿਰ ਗੁਣ ਗਾਉਂਦਾ ਰਹੋ। ਗੁਣ ਗਾਉਣ ਦਾ ਮਤਲਬ ਗੁਣਾਂ ਦਾ ਧਾਰਨੀ ਰਹੋ, ਗੁਣਾਂ ਨੂੰ ਇੰਪਲੀਮੈਂਟ ਕਰ। ਹੇ ਮੇਰੇ ਮਨ, ਅੱਠੇ ਪਹਿਰ ਰੱਬੀ ਗੁਣ ਗਾ, ਪ੍ਰਭੂ ਦੀ ਸਿਫਤ ਸਲਾਹ ਕਰ, ਗੁਣਾਂ ਦਾ ਧਾਰਨੀ ਹੋ। ਇਹ ਜੋ ਗੁਣ ਗਾਣ ਦਾ ਕਰਮ ਹੈ ਨਾ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ਔਰ ਇਹ ਗੁਣਾਂ ਦਾ ਧਾਰਨੀ ਹੋਣਾ ਹੀ ਇੰਦਰੀਆਂ ਨੂੰ ਕਾਬੂ ਕਰਨ ਦਾ ਇੱਕ ਅਟਲ ਸਾਧਨ ਹੈ। ਹੋਰ ਕਿਸੇ ਸਾਧਨ ਨਾਲ ਇੰਦਰੀਆਂ ਕਾਬੂ ਨਹੀਂ ਹੁੰਦੀਆਂ। ਯੋਗਾ ਕਰੀ ਜਾਓ, ਹੋਰ ਜਾ ਕੇ ਜਪ ਤਪ ਕਰੀ ਜਾਓ, ਪਾਣੀ ਵਿੱਚ ਖਲੋਤੇ ਰਹੋ, ਉਲਟੇ ਲਟਕਦੇ ਰਹੋ, ਮਾਲਾ ਫੇਰੀ ਜਾਓ, ਕਿ ਮਨ ਵਿਕਾਰਾਂ ਤੋਂ ਹਟ ਜਾਏਗਾ। ਕਿੰਨੇ ਐਸੇ ਲੋਕ ਨੇ ਜਿਨ੍ਹਾਂ ਨੇ ਐਸੇ ਕਰਮ ਕੀਤੇ ਨੇ, ਲੇਕਿਨ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਫੋਟੋਆਂ, ਖਬਰਾਂ ਰੋਜ਼ ਪੜ੍ਹ ਸਕਦੇ ਹੋ। ਲੇਕਿਨ ਤੁਸੀਂ ਡਾਇਰੈਕਟ ਗੁਣਾਂ ਦੇ ਧਾਰਨੀ ਹੋ ਜਾਓ ਤੇ ਤੁਹਾਡੀਆਂ ਇੰਦਰੀਆਂ ਆਪੇ ਕਾਬੂ ਨੇ। ਇਹ ਗੁਣ ਹੈ ਨਾ, ਗੁਰੂ ਜੀ ਨੇ ਸਾਨੂੰ ਦਿੱਤਾ। ਪਰ ਤੇਰੇ ਰੂਪ ਨਾ ਪੇਖੇ ਨੇਤਰ, ਜਾਂ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਹੁਣ ਆਪਣੀ ਔਰਤ ਤੋਂ ਬਿਨਾਂ ਬੇਗਾਨੀ ਹਰ ਔਰਤ ਨੂੰ ਧੀ ਭੈਣ ਔਰ ਮਾਂ ਜਾਣਨ ਵਾਸਤੇ ਮਾਲਾ ਫੇਰਨ ਦੀ ਲੋੜ ਹੈ, ਪਾਣੀ ਵਿੱਚ ਖਲੋਣ ਦੀ ਲੋੜ ਹੈ, ਉੱਠੇ ਲਟਕਣ ਦੀ ਲੋੜ ਹੈ। ਡਾਇਰੈਕਟ ਸਮਝੋ। ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ, ਸੱਚ ਸੁਣਨਾ ਹੈ, ਤਾਂ ਇਹਦੇ ਵਾਸਤੇ ਮਾਲਾ ਫੇਰਨ ਦੀ ਕੀ ਜ਼ਰੂਰਤ ਹੈ? ਮਾਲਾ ਵਿੱਚ ਕਿੱਥੋਂ ਆ ਗਈ? ਸਮਾਧੀਆਂ ਕਿੱਥੋਂ ਆ ਗਈਆਂ? ਤਾਂ ਗੁਰੂ ਜੀ ਕਹਿੰਦੇ ਨੇ ਇਹੋ ਹੀ ਜਪ ਹੈ, ਇਹੋ ਹੀ ਤਪ ਹੈ, ਇਹ ਸੱਚੀ ਪੂੰਜੀ ਹੈ। ਇਹੀ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਸਾਧਨ ਹੈ। ਆਠ ਪਹਿਰ ਗੁਣ ਗਾਓ ਦਾ ਮਤਲਬ ਅੱਠੇ ਪਹਿਰ ਗੁਣਾਂ ਦੇ ਧਾਰਨੀ ਹੋਵੇ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵਨ ਜਾਓ। ਕਰ ਕਿਰਪਾ ਯਾਨੀ ਰਹਿਮਤ ਕਰਕੇ ਜਿਸ ਨੂੰ ਪ੍ਰਭੂ ਮਿਲ ਪਿਆ, ਮਰਨ ਨਾ ਆਵਣ ਜਾਓ। ਮਰਨ ਦਾ ਮਤਲਬ ਆਤਮਕ ਮੌਤ। ਉਸ ਬੰਦੇ ਨੂੰ ਆਤਮਕ ਮੌਤ ਨਹੀਂ ਆਉਂਦੀ। ਤੇ ਆਵਣ ਜਾਓ ਦਾ ਮਤਲਬ ਭਟਕਣਾ। ਉਸ ਬੰਦੇ ਨੂੰ ਭਟਕਣਾ ਨਹੀਂ ਆਉਂਦੀ, ਭਟਕਣਾ ਵਿੱਚ ਨਹੀਂ ਮਨ ਪੈਂਦਾ। ਨਾ ਉਹਦਾ ਮਨ ਭਟਕਣਾ ਵਿੱਚ ਪੈਂਦਾ, ਨਾ ਹੀ ਉਹਨੂੰ ਆਤਮਕ ਮੌਤ ਆਉਂਦੀ ਹੈ। ਉਹਦਾ ਮਨ ਸੱਚ ਦੇ ਉੱਤੇ ਸਥਿਰ ਹੋ ਜਾਂਦਾ ਹੈ, ਰੱਬੀ ਗੁਣਾਂ ਦੇ ਨਾਲ ਉਹ ਜੁੜਿਆ ਰਹਿੰਦਾ।
ਉਹਦਾ ਮਨ ਇੱਧਰ ਉੱਧਰ ਭਟਕਦਾ ਨਹੀਂ, ਤੇ ਨਾ ਹੀ ਉਹਨੂੰ ਆਤਮਿਕ ਮੌਤ ਆਉਂਦੀ ਹੈ। ਜਿਹਦਾ ਮਨ ਭਟਕੇਗਾ ਨਹੀਂ, ਜਿਹਦਾ ਮਨ ਗੁਰਬਾਣੀ ਤੇ ਟਿਕ ਗਿਆ, ਜਿਹਦਾ ਮਨ ਸੱਚ ਨਾਲ ਜੁੜ ਗਿਆ, ਜਿਹਦਾ ਮਨ ਰੱਬੀ ਰਜ਼ਾ ਵਿੱਚ ਲੀਨ ਹੋ ਗਿਆ, ਉਹਦਾ ਮਨ ਭਟਕੇਗਾ ਹੀ ਨਹੀਂ ਤੇ ਉਹ ਮਨੁੱਖ ਆਤਮਿਕ ਮੌਤ ਤੇ ਮਰੇਗਾ ਨਹੀਂ। ਤਾਂ ਜਿਨ੍ਹਾਂ ਨੂੰ ਰਹਿਮਤ ਕਰਕੇ ਪ੍ਰਭੂ ਮਿਲ ਗਿਆ, ਨਾ ਉਹਨਾਂ ਨੂੰ ਆਤਮਿਕ ਮੌਤ ਆਉਂਦੀ ਹੈ ਔਰ ਨਾ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਭਟਕਣਾ ਰਹਿੰਦੀ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਮੇਰੇ ਮਨ ਹਰ ਭਜ ਸਦਾ ਇੱਕ ਰੰਗ ਦਾ ਮਤਲਬ ਇੱਕ ਦੇ ਰੰਗ ਵਿੱਚ, ਇੱਕ ਦੇ ਪਿਆਰ ਵਿੱਚ। ਭਜ ਦਾ ਮਤਲਬ ਯਾਦ ਕਰ, ਯਾਦ ਵਿੱਚ ਜੁੜ। ਹੇ ਮੇਰੇ ਮਨ, ਪ੍ਰਭੂ ਦੇ ਪਿਆਰ ਵਿੱਚ ਜੁੜ ਕੇ ਸਦਾ ਪ੍ਰਭੂ ਦੀ ਸਿਫਤ ਸਲਾਹ ਕਰ। ਭਜ ਦਾ ਮਤਲਬ ਸਿਫਤ ਸਲਾਹ ਕਰ, ਰੱਬੀ ਗੁਣ ਗਾ, ਇੱਕ ਦੇ ਪਿਆਰ ਵਿੱਚ ਜੁੜ ਕੇ ਸਦਾ ਪ੍ਰਭੂ ਦੀ ਸਿਫਤ ਸਲਾਹ ਕਰ, ਯਾਨੀ ਦਿਲੀ ਪਿਆਰ ਦੇ ਨਾਲ ਰੱਬੀ ਗੁਣਾਂ ਨੂੰ ਗਾ। ਘਟ ਘਟ ਅੰਤਰ ਰਵ ਰਹਿਆ, ਸਦਾ ਸਹਾਈ ਸੰਗ ਰਹਾਓ। ਉਹ ਪ੍ਰਭੂ ਹਰ ਸਰੀਰ ਦੇ ਅੰਦਰ ਵਿਆਪਕ ਹੈ। ਸਦਾ ਸਹਾਈ ਦਾ ਮਤਲਬ ਉਹ ਸਦਾ ਸਹਾਇਤਾ ਕਰਨ ਵਾਲਾ ਹੈ, ਤੇ ਸੰਗ ਦਾ ਮਤਲਬ ਉਹ ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਉਹਨੂੰ ਅੰਗ ਸੰਗ ਜਾਣ। ਪ੍ਰਭੂ ਹਰੇਕ ਸਰੀਰ ਵਿੱਚ ਵਿਆਪਕ ਹੈ, ਹਰੇਕ ਸਰੀਰ ਵਿੱਚ ਵਸ ਰਿਹਾ ਹੈ, ਸਹਾਇਤਾ ਕਰਨ ਵਾਲਾ ਹੈ ਔਰ ਹਰ ਇੱਕ ਦੇ ਨਾਲ ਹੈ। ਹੁਣ ਦੇਖੋ, ਸਹਾਇਤਾ ਕਰਨ ਵਾਲਾ ਹੈ, ਹਕੀਕਤ ਹੈ, ਪਰ ਜੇ ਅਸੀਂ ਸਹਾਇਤਾ ਲੈਣੀ ਚਾਹੀਏ ਤਾਂ ਹੀ ਹੈ ਨਾ। ਜਿਵੇਂ ਮਿਸਾਲ ਵਜੋਂ ਤੁਸੀਂ ਕਲਾਸ ਵਾਲੇ ਵੀਰ ਪੈਣਾ ਹੋ, ਮੈਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਤੇ ਤੁਸੀਂ ਉਹਦਾ ਸੋਲੂਸ਼ਨ ਕਰ ਸਕਦੇ ਹੋ, ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ, ਪਰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸਾਂ, ਤੁਹਾਡੇ ਤੋਂ ਸਹਾਇਤਾ ਮੰਗਾਂ ਤਾਂ ਹੀ ਨਾ। ਤੇ ਜੇ ਮੈਂ ਤੁਹਾਡੀ ਸਹਾਇਤਾ ਲਵਾਂ ਹੀ ਨਾ, ਤਾਂ ਫਿਰ ਧੱਕੇ ਨਾਲ ਕਿਵੇਂ ਕਰੋਗੇ? ਸਹਾਇਤਾ ਮੰਗਾਂਗਾ ਤਾਂ ਹੀ, ਸਹਾਇਤਾ ਲਵਾਂਗਾ ਤਾਂ ਹੀ ਨਾ। ਹੁਣ ਰੱਬ ਸਾਡੇ ਅੰਗ ਸੰਗ ਹੈ, ਸਾਡੀ ਸਹਾਇਤਾ ਕਰ ਸਕਦਾ ਹੈ, ਪਰ ਜੇ ਅਸੀਂ ਸਹਾਇਤਾ ਲਈਏ ਤਾਂ ਨਾ। ਰੱਬ ਹੈ ਅੰਦਰ ਗੁਣਾਂ ਦੇ ਰੂਪ ਵਿੱਚ, ਸਚਾਈ, ਦਇਆ, ਧਰਮ, ਪਿਆਰ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਇਹ ਰੱਬੀ ਗੁਣ ਨੇ। ਹੁਣ ਅਸੀਂ ਇਹਨਾਂ ਗੁਣਾਂ ਦੀ ਸਹਾਇਤਾ ਲਈਏ ਤਾਂ ਹੀ ਹੈ ਨਾ। ਸੱਚ ਦੀ ਸਹਾਇਤਾ ਲਈਏ, ਸੱਚ ਬੋਲੀਏ, ਸੱਚ ਸਾਡਾ ਸਹਾਇਕ ਤਾਂ ਹੀ ਹੋਏਗਾ ਨਾ। ਪਿਆਰ ਸਾਡੇ ਅੰਦਰ ਹੈ, ਪਰ ਪਿਆਰ ਦੀ ਸਹਾਇਤਾ ਲਈਏ ਤਾਂ ਹੀ ਅਸੀਂ ਸਹਾਇਤਾ ਈਰਖਾ ਦੀ ਲੈਂਦੇ ਹਾਂ। ਨਿਮਰਤਾ ਸਾਡੇ ਅੰਦਰ ਹੈ, ਨਿਮਰਤਾ ਦੀ ਸਹਾਇਤਾ ਲਵਾਂਗੇ ਤਾਂ ਸਾਡਾ ਸਹਿਯੋਗ ਕਰੇਗੀ ਨਾ। ਅਸੀਂ ਤੇ ਹੰਕਾਰ ਦੇ ਵਿੱਚ ਮੱਚੇ ਫਿਰਦੇ ਹਾਂ। ਰੱਬੀ ਰਜ਼ਾ ਦੀ ਸਹਾਇਤਾ ਲਵਾਂਗੇ ਤਾਂ ਹੀ ਹੈ ਨਾ। ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਦੀ ਸਹਾਇਤਾ ਲਵਾਂਗੇ ਤਾਂ ਹੀ ਹੈ ਨਾ। ਤੇ ਜੇ ਸਹਾਇਤਾ ਹੀ ਲਈਏ ਜੋਤ ਸਿੰਘਾਂ ਦੀ, ਵਿਕਾਰਾਂ ਦੀ, ਪਾਪਾਂ ਦੀ, ਤਾਂ ਫਿਰ ਤਾਂ ਪ੍ਰੋਬਲਮ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਹਰ ਸਰੀਰ ਵਿੱਚ ਵਿਆਪਕ ਹੈ, ਸਹਾਇਤਾ ਕਰਨ ਵਾਲਾ ਹੈ, ਸਹਾਇਤਾ ਕਰਨ ਦੇ ਸਮਰੱਥ ਹੈ ਔਰ ਉਹ ਹਮੇਸ਼ਾ ਅੰਗ ਸੰਗ ਹੈ। ਸੁਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਵਿੰਦ। ਇੱਥੇ ਸਿਮਰੀ ਦੇ ਰਾਰੇ ਨਾਲ ਬਿੰਦੀ ਲਾ ਕੇ ਪੜਨਾ ਹੈ ਸਿਮਰੀ। ਸਿਮਰੀ ਦਾ ਮਤਲਬ ਮੈਂ ਪੜਾਂ, ਮੈਂ ਸਿਮਰਾਂ, ਮੈਂ ਯਾਦ ਕਰਾਂ। ਸੁਖਾ ਨਹੀਂ ਪੜਨਾ, ਸੁਖਾਂ। ਮਿਤ ਦਾ ਮਤਲਬ ਮਿਣਤੀ, ਹੱਦ ਬੰਨਾ। ਗਣੀ ਦਾ ਮਤਲਬ ਮੈਂ ਗਿਣਾ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਦੋਂ ਮੈਂ ਪ੍ਰਭੂ ਨੂੰ ਸਿਮਰਦਾ ਹਾਂ, ਜਦੋਂ ਮੈਂ ਰੱਬ ਨੂੰ ਆਪਣੀ ਯਾਦ ਵਿੱਚ ਵਸਾਉਂਦਾ ਹਾਂ, ਜਦੋਂ ਰੱਬੀ ਗੁਣਾਂ ਨੂੰ ਮੈਂ ਯਾਦ ਵਿੱਚ ਵਸਾਉਂਦਾ ਹਾਂ, ਤਾਂ ਉਸ ਵੇਲੇ ਇੰਨੇ ਸੁੱਖ ਔਰ ਆਨੰਦ ਮਿਲਦੇ ਨੇ ਕਿ ਮੈਂ ਉਹਨਾਂ ਸੁੱਖਾਂ ਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ। ਸੁੱਖਾਂ ਕੀ ਮਿਤ ਕਿਆ ਗਣੀ, ਕਿਵੇਂ ਮੈਂ ਉਹਨਾਂ ਦਾ ਅੰਦਾਜ਼ਾ ਲਾਵਾਂ, ਕਿਵੇਂ ਅੰਦਾਜ਼ਾ ਲਾਵਾਂ ਉਹਨਾਂ ਸੁੱਖਾਂ ਦਾ, ਜਦੋਂ ਮੈਂ ਰੱਬ ਦੀ ਯਾਦ ਵਿੱਚ ਜੁੜਿਆ ਹੁੰਦਾ। ਇਸ ਚੀਜ਼ ਨੂੰ ਸਮਝਣਾ। ਜਦੋਂ ਸਾਡੀ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ, ਇਨਸਾਨੀਅਤ ਹੁੰਦੀ ਹੈ, ਉਦੋਂ ਕਿੰਨਾ ਆਨੰਦ ਬਣਿਆ ਹੁੰਦਾ ਨਾ। ਕਿੰਨੇ ਅਸੀਂ ਸੁਖੀ ਹੁੰਦੇ ਆ, ਕਿੰਨਾ ਸਾਡਾ ਮਨ ਸ਼ਾਂਤ ਹੁੰਦਾ ਹੈ ਕਿ ਉਹਦਾ ਅੰਦਾਜ਼ਾ ਲਾ ਸਕਦੇ ਹੋ। ਤੇ ਜੇ ਪਲ ਭਰ ਵਾਸਤੇ ਐਸੀ ਮਾਨਸਿਕ ਸਟੇਜ ਬਣਿਆ, ਪਲ ਭਰ ਵਾਸਤੇ ਸੁਖ ਮਿਲ ਸਕਦਾ ਹੈ, ਤੇ ਜੇ ਐਸੀ ਸੋਚ ਬੰਦਾ ਸदैवी ਬਣਾ ਲੈ ਤਾਂ ਪੂਰੀ ਜ਼ਿੰਦਗੀ ਵੀ ਐਸੇ ਉਹ ਸੁਖ ਆਨੰਦ ਮਾਣ ਸਕਦਾ ਹੈ।
ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਮੈਂ ਰੱਬੀ ਯਾਦ ਵਿੱਚ ਜੁੜਦਾ ਹਾਂ, ਇੰਨੇ ਸੁੱਖ ਅਨੁਭਵ ਹੁੰਦੇ ਨੇ ਜਿਸ ਦੀ ਮੈਂ ਗਿਣਤੀ ਵੀ ਨਹੀਂ ਕਰ ਸਕਦਾ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਜਿਨ੍ਹਾਂ ਬੰਦਿਆਂ ਨੇ ਇਸ ਰਸ ਨੂੰ ਚਖਿਆ ਹੈ, ਜਿਨ ਚਾਖਿਆ, ਜਿਨ੍ਹਾਂ ਨੇ ਚਖਿਆ ਹੈ, ਭਾਵ ਜਿਨ੍ਹਾਂ ਨੇ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਕੇ ਉਹਨਾਂ ਗੁਣਾਂ ਦਾ ਆਨੰਦ ਮਾਣਿਆ, ਸੇ ਤ੍ਰਿਪਤਾਸਿਆ, ਉਹ ਤ੍ਰਿਪਤ ਹੋ ਗਏ ਨੇ, ਮਾਇਆ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤ ਹੋ ਗਏ ਨੇ, ਉਹਨਾਂ ਨੂੰ ਸੰਤੋਖ ਆ ਗਿਆ। ਉਹ ਰਸ ਜਾਣੇ ਜਿੰਦ, ਤੇ ਉਹ ਜਿੰਦ ਹੀ ਇਸ ਰਸ ਨੂੰ ਸਮਝਦੀ ਹੈ। ਅਲੌਤੀ ਕਾ ਜੈਸੇ ਭਇਆ ਬਰੇਟਾ, ਜਿਨ ਪੀਆ ਤਿਸ ਜਾਣਿਆ। ਜਿਵੇਂ ਮਿਸ਼ਰੀ ਦਾ ਸ਼ਰਬਤ ਬਣਿਆ ਹੋਵੇ ਤੇ ਜਿਸ ਨੇ ਉਹ ਮਿਸ਼ਰੀ ਦੇ ਸ਼ਰਬਤ ਦੇ 2 ਘੁੱਟ ਭਰੇ ਨੇ ਨਾ, ਸਵਾਦ ਨੂੰ ਸਿਰਫ ਉਹ ਜਾਣਦਾ ਹੈ। ਮੈਂ ਮਿਸ਼ਰੀ ਦਾ ਸ਼ਰਬਤ ਬੇਸ਼ੱਕ ਬਣਾਇਆ ਹੋਵੇ, ਮੈਂ ਬੇਸ਼ੱਕ ਪਾਣੀ ਦੇ ਅੰਦਰ ਮਿਸ਼ਰੀ ਘੋਲੀ ਹੋਵੇ, ਪਰ ਜੇ ਮੈਂ ਬਣਾ ਕੇ ਵੀ ਉਹ ਮਿਸ਼ਰੀ ਦਾ ਸ਼ਰਬਤ ਪੀਤਾ ਨਹੀਂ ਤਾਂ ਮੈਨੂੰ ਸਵਾਦ ਦਾ ਨਹੀਂ ਪਤਾ ਲੱਗੇਗਾ। ਸਵਾਦ ਉਹ ਹੀ ਜਾਣੇਗਾ ਜਿਸ ਨੇ ਪੀਤਾ ਹੈ। ਇਸ ਲਈ ਜਿਨ੍ਹਾਂ ਨੇ ਇਹਨਾਂ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ ਹੈ, ਜਿਨ੍ਹਾਂ ਨੇ ਇਸ ਰਸ ਨੂੰ ਚਖਿਆ ਹੈ, ਉਹਨਾਂ ਦੇ ਜੀਵਨ ਦੀ ਇਹ ਨਿਸ਼ਾਨੀ ਹੈ ਕਿ ਉਹ ਤ੍ਰਿਪਤ ਹੋ ਗਏ ਨੇ। ਉਹਨਾਂ ਦੇ ਅੰਦਰ ਫਿਰ ਵਿਕਾਰਾਂ ਦੀ ਲਾਲਸਾ ਨਹੀਂ ਰਹੀ। ਉਹ ਜਿੰਦ ਹੀ ਇਸ ਰਸ ਨੂੰ ਜਾਣ ਸਕਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਐਸੀ ਜ਼ਿੰਦਗੀ ਅਸੀਂ ਕਿਵੇਂ ਜੀ ਸਕਦੇ ਹਾਂ? ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਇੱਥੇ ਸੰਤਾਂ ਬਹੁਵਚਨ ਸ਼ਬਦ ਹੈ। ਇੱਥੇ ਸੰਤ ਦਾ ਮਤਲਬ ਹੈ ਸਚਿਆਰ, ਸਚਿਆਰ ਪੁਰਸ਼ਾਂ ਦੀ ਜੋ ਸੰਗਤ ਹੈ, ਸਾਧ ਸੰਗਤ ਹੈ। ਪ੍ਰਭ ਦਾ ਮਤਲਬ ਪ੍ਰਭੂ, ਪ੍ਰੀਤਮ ਦਾ ਮਤਲਬ ਪਿਆਰਾ, ਬਖਸ਼ਿੰਦ ਦਾ ਮਤਲਬ ਰਹਿਮਤਾਂ ਕਰਨ ਵਾਲਾ। ਪਿਆਰਾ ਰਹਿਮਤਾਂ ਕਰਨ ਵਾਲਾ ਪ੍ਰਭੂ ਸਾਧ ਸੰਗਤ ਵਿੱਚ ਟਿਕਿਆ ਹੀ ਮਨ ਵਿੱਚ ਵਸਦਾ ਹੈ। ਸਚਿਆਰ ਪੁਰਸ਼ਾਂ ਦੀ ਸੰਗਤ ਕਰੋ, ਚੰਗੇ ਪੁਰਸ਼ਾਂ ਦੀ। ਹੁਣ ਜੇ ਕੋਈ ਚਾਹੇ ਕਿ ਵਿਸ਼ੇ ਵਿਕਾਰਾਂ ਵਿੱਚ ਫਸੇ ਲੋਕਾਂ ਦੀ ਸੰਗਤ ਵਿੱਚ ਹਮੇਸ਼ਾ ਰਹੇ, ਤਾਂ ਫਿਰ ਤਾਂ ਇਹ ਗੁਣ ਨਹੀਂ ਵਸ ਪਾਣਗੇ ਨਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤਾਂ ਗੁਰੂ ਜੀ ਕਹਿੰਦੇ ਨੇ ਸਚਿਆਰ ਪੁਰਸ਼ਾਂ ਦੀ ਸੰਗਤ ਵਿੱਚ ਰਿਹਾ, ਸਾਧ ਸੰਗਤ ਵਿੱਚ ਰਿਹਾ, ਮਨ ਵਿੱਚ ਵਸਦਾ ਹੈ ਜੋ ਪ੍ਰਭੂ ਬਖਸ਼ਿੰਦ ਹੈ, ਜੋ ਰਹਿਮਤ ਕਰਨ ਵਾਲਾ ਹੈ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਨਰਿੰਦ ਦਾ ਮਤਲਬ ਹੁੰਦਾ ਹੈ ਨਰਾਂ ਦਾ ਰਾਜਾ। ਰਾਜ ਨਰਿੰਦ ਦਾ ਮਤਲਬ ਰਾਜਿਆਂ ਦਾ ਰਾਜਾ। ਰਾਜ ਨਰਿੰਦ ਰਾਜਿਆਂ ਦਾ ਰਾਜਾ। ਜਿਨ ਸੇਵਿਆ ਪ੍ਰਭ ਆਪਣਾ, ਜਿਸ ਮਨੁੱਖ ਨੇ ਆਪਣੇ ਪ੍ਰਭੂ ਦੀ ਸੇਵਾ ਕੀਤੀ ਹੈ, ਜਿਸ ਮਨੁੱਖ ਨੇ ਰੱਬੀ ਗੁਣ ਗਾਏ ਨੇ, ਗੁਣਾਂ ਦਾ ਧਾਰਨੀ ਹੋਇਆ, ਉਹ ਰਾਜਿਆਂ ਦਾ ਰਾਜਾ ਬਣ ਜਾਂਦਾ ਹੈ। ਉਹ ਰਾਜਿਆਂ ਦਾ ਰਾਜਾ ਹੈ, ਦੁਨੀਆ ਦਾ ਸਭ ਤੋਂ ਮਹਾਨ ਹੈ। ਰਾਜੇ ਮਹਾਰਾਜੇ ਵੀ ਉਹਦਾ ਆਦਰ ਔਰ ਸਤਿਕਾਰ ਕਰਦੇ ਨੇ। ਉਹੀ ਅਸਲ ਬਾਦਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। ਔਸਰ ਹਰ ਜਸ ਗੁਣ ਰਮਨ, ਜਿਤ ਕੋਟ ਮੱਜਨ ਇਸ਼ਨਾਨ। ਔਸਰ ਦਾ ਮਤਲਬ ਸਮਾਂ, ਇਹਨੂੰ ਮੰਜਨ ਜਾਂ ਮਜਨ ਨਹੀਂ ਪੜਨਾ, ਮੱਜਨ। ਜਿਤ ਦਾ ਮਤਲਬ ਜਿਸ ਸਮੇਂ ਵਿੱਚ। ਔਸਰ ਹਰ ਜਸ ਗੁਣ ਰਮਨ, ਜਿਤ ਕੋਟ ਮੱਜਨ ਇਸ਼ਨਾਨ। ਜਿਸ ਸਮੇਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ, ਪ੍ਰਭੂ ਦੇ ਗੁਣ ਯਾਦ ਕੀਤੇ ਜਾਣ, ਉਸ ਸਮੇਂ ਮਾਨੋ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਨੇ। ਉਸ ਸਮੇਂ ਮਾਨੋ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਗਏ। ਜਦੋਂ ਰੱਬੀ ਗੁਣ ਗਾਉਂਦੇ ਆ, ਜਦੋਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਆ, ਜਦੋਂ ਮਨ ਬਚਨ ਕਰਕੇ ਗੁਣਾਂ ਦੇ ਧਾਰਨੀ ਹੁੰਦੇ ਆ, ਗੁਰੂ ਜੀ ਕਹਿੰਦੇ ਨੇ ਉਸ ਸਮੇਂ ਸਮਝ ਲਓ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਗਏ। ਕਿਉਂਕਿ ਅੰਦਰ ਧੁੱਪ ਗਿਆ ਨਾ। ਬਾਹਰੀ ਤੀਰਥਾਂ ਤੇ ਨਾ ਆਇਆ, ਕੇਵਲ ਸਰੀਰ ਦੀ ਮੈਲ ਉਤਰਦੀ ਆ, ਮਨ ਦੀ ਨਹੀਂ। ਮਨ ਦੀ ਮੈਲ ਰੱਬੀ ਗੁਣਾਂ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਉਤਰਨੀ ਹੈ। ਪਰ ਇਹ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਸਮੇਂ ਰੱਬੀ ਗੁਣ ਗਾਏ ਜਾਂਦੇ ਨੇ, ਜਿਸ ਸਮੇਂ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ,
ਉਸ ਸਮੇਂ ਮਾਨੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ, ਯਾਨੀ ਕਰੋੜਾਂ ਤੀਰਥਾਂ ਦੀ ਵੀ ਉਸ ਚੀਜ਼ ਦੇ ਸਾਹਮਣੇ ਕੋਈ ਵੈਲਿਊ ਨਹੀਂ ਹੈ। ਰਸਨਾ ਉਚਰੈ ਗੁਣਵਤੀ, ਕੋਏ ਨਾ ਪੁੱਜੈ ਦਾਨ। ਇਹਨੂੰ ਪੂਜੈ ਨਹੀਂ ਪੜਨਾ, ਪੁੱਜੈ। ਪੁੱਜੇ ਦਾ ਮਤਲਬ ਪੁੱਜਦਾ ਹੈ, ਬਰਾਬਰੀ ਕਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਭਾਗਾਂ ਵਾਲੀ ਜੀਵ ਪ੍ਰਭੂ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ ਇਸ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ। ਰਸਨਾ ਦੇ ਨਾਲ ਰੱਬੀ ਗੁਣ ਗਾਣੇ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇੱਕ ਪਾਸੇ ਤੇ ਇਹ ਚੀਜ਼ ਹੈ, ਇੱਕ ਪਾਸੇ ਦਾਨ ਪੁੰਨ ਹੈ। ਹੁਣ ਗੁਰੂ ਜੀ ਕਹਿੰਦੇ ਨੇ ਕੋਈ ਦਾਨ ਪੁੰਨ ਇਸ ਚੀਜ਼ ਦੇ ਬਰਾਬਰ ਨਹੀਂ ਹੈ, ਗੁਣਗਾਨ ਦੇ ਬਰਾਬਰ। ਕਿਉਂਕਿ ਦਾਨ ਜਿਹੜਾ ਬੰਦਾ ਹੈ ਨਾ, ਜ਼ਰੂਰੀ ਨਹੀਂ ਕਿ ਦਾਨ ਕਰਨ ਵਾਲੇ ਬੰਦੇ ਦੀ ਕਮਾਈ ਵੀ 10 ਨਵਾਂ ਦੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਦਾਨ ਪੁੰਨ ਤੇ ਮਲਕ ਭਾਗੂ ਵੀ ਕਰਦਾ ਸੀ। ਪਾਏ ਗਏ ਨੂੰ ਪ੍ਰਸ਼ਾਦਾ ਪਾਣੀ ਤਾਂ ਸੱਜਣ ਵੀ ਛਕਾਉਂਦਾ ਸੀ। ਅੱਜ ਵੀ ਬਹੁਤ ਲੋਕ ਐਸੇ ਨੇ ਜੋ ਦਾਨ ਪੁੰਨ ਤੇ ਬਹੁਤ ਕਰਦੇ ਨੇ, ਲੇਕਿਨ ਲੋਕਾਂ ਦੀਆਂ ਪੈਲੀਆਂ ਦਬਾਈਆਂ ਨੇ, ਲੋਕਾਂ ਦੇ ਹੱਕ ਖਾ ਗਏ ਨੇ। ਹੁਣ ਜਿਹੜੇ ਬੰਦੇ ਕਈ 100 ਕਈ ਹਜ਼ਾਰ ਕਰੋੜ ਰੁਪਈਆ ਲੋਕਾਂ ਦਾ ਲੈ ਕੇ ਭੱਜ ਗਏ ਨੇ ਵਿਦੇਸ਼ਾਂ ਵਿੱਚ, ਤੇ ਜੇ ਉਹ ਬਾਹਰ ਜਾ ਕੇ ਕਿਸੇ ਗੁਰਦੁਆਰੇ, ਮੰਦਿਰ, ਮਸੀਤ ਵਿੱਚ $1 2 ਲੱਖ ਦਾਨ ਵੀ ਦੇ ਦੇਣ, ਤਾਂ ਕੀ ਉਹ ਧਰਮੀ ਹੋ ਜਾਣਗੇ? ਇਸ ਲਈ ਲੋੜ ਹੈ ਬੰਦਾ ਗੁਣਾਂ ਦਾ ਧਾਰਨੀ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੀ ਭਾਗਾਂ ਵਾਲੀ ਜੀਵ ਰੱਬੀ ਗੁਣ ਉਚਾਰਨ ਕਰਦੀ ਹੈ, ਇਸ ਕੰਮ ਦੇ ਬਰਾਬਰ ਹੋਰ ਕੋਈ ਦਾਨ ਪੁੰਨ ਨਹੀਂ ਪੁੱਜਦਾ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਵਾਨ। ਜੋ ਮਨੁੱਖ ਰੱਬੀ ਗੁਣਾਂ ਦਾ ਧਾਰਨੀ ਹੁੰਦਾ, ਇਸ ਦੀ ਬਰਕਤ ਨਾਲ ਉਸ ਦੇ ਮਨ ਵਿੱਚ, ਸਰੀਰ ਵਿੱਚ ਮਿਹਰਬਾਨ ਦਿਆਲ ਪ੍ਰਭੂ ਆਪ ਰਹਿਮਤ ਦੀ ਨਜ਼ਰ ਕਰਕੇ ਆਵਸਤ ਹੈ। ਯਾਨੀ ਰੱਬੀ ਗੁਣਾਂ ਦੇ ਧਾਰਨੀ ਹੋਣ ਦੀ ਬਰਕਤ ਦੇ ਨਾਲ ਪ੍ਰਭੂ ਦੀ ਰਹਿਮਤ ਮਿਲਦੀ ਹੈ, ਔਰ ਪ੍ਰਭੂ ਆਪ ਮਨ ਔਰ ਤਨ ਵਿੱਚ ਆਵਸਤਾ ਹੈ। ਹੁਣ ਦੇਖੋ ਕਿੰਨਾ ਸੌਖਾ ਕੰਮ ਕਰਤਾ ਨਾ ਗੁਰੂ ਜੀ ਨੇ। ਇਸ ਤੁਸੀਂ ਸਿਰਫ ਗੁਣਾਂ ਦੇ ਧਾਰਨੀ ਹੋਣਾ ਹੈ, ਮਨ ਬਚਨ ਕਰਮ ਕਰਕੇ। ਜੋ ਬੰਦਾ ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੋ ਜਾਏਗਾ, ਉਹ ਰੱਬੀ ਦਇਆ ਦਾ ਪਾਤਰ ਬਣ ਜਾਏਗਾ ਤੇ ਪ੍ਰਭੂ ਆਪ ਉਹਦੇ ਹਿਰਦੇ ਵਿੱਚ ਆ ਵਸੇਗਾ। ਜਿਉ ਪਿੰਡ ਤਨ ਤਿਸ ਦਾ, ਹੋ ਸਦਾ ਸਦਾ ਕੁਰਬਾਨ। ਪਿੰਡ ਦਾ ਮਤਲਬ ਸਰੀਰ। ਇਹ ਜਿੰਦ, ਇਹ ਸਰੀਰ, ਇਹ ਧਨ ਪਦਾਰਥ ਸਭ ਕੁਝ ਪ੍ਰਭੂ ਦਾ ਦਿੱਤਾ ਹੈ। ਮੈਂ ਸਦਾ ਉਹਦੇ ਤੋਂ ਕੁਰਬਾਨ ਔਰ ਵਾਰਨੇ ਸਦਕੇ ਜਾਂਦਿਆਂ। ਮਿਲਿਆ ਕਦੇ ਨਾ ਵਿਛੁੜੈ, ਜੋ ਮੇਲਿਆ ਕਰਤਾਰ। ਜਿਸ ਮਨੁੱਖ ਨੂੰ ਕਰਤਾਰ ਨੇ ਆਪਣੇ ਨਾਲ ਮਿਲਾ ਲਿਆ, ਉਹ ਮਿਲਿਆ ਹੋਇਆ ਕਦੇ ਨਹੀਂ ਵਿਛੜਦਾ। ਜਿਹੜੀ ਬੂੰਦ ਸਮੁੰਦਰ ਵਿੱਚ ਮਿਲ ਗਈ, ਫਿਰ ਉਹ ਵਿਛੜਦੀ ਨਹੀਂ। ਜਿਹਦੀ ਸੋਚ ਰੱਬੀ ਸੋਚ ਵਿੱਚ ਮਿਲ ਗਈ, ਉਹ ਬੰਦਾ ਫਿਰ ਕਦੇ ਵਿਛੜਦਾ ਨਹੀਂ, ਅਲੱਗ ਨਹੀਂ ਹੁੰਦਾ। ਦਾਸਾਂ ਕੇ ਬੰਧਨ ਕੱਟਿਆ, ਸਾਚੈ ਸਿਰਜਣਹਾਰ। ਸਦਾ ਸਥਿਰ ਰਹਿਣ ਵਾਲੇ ਸਿਰਜਣ ਪ੍ਰਭੂ ਨੇ ਆਪਣੇ ਦਾਸਾਂ ਦੇ ਸਾਰੇ ਬੰਧਨ ਕੱਟ ਦਿੱਤੇ ਹੁੰਦੇ ਨੇ, ਵਿਕਾਰਾਂ ਦੇ ਬੰਧਨ ਕੱਟ ਦਿੱਤੇ ਹੁੰਦੇ ਨੇ, ਮੇਰ ਤੇਰ ਦੇ ਬੰਧਨ ਕੱਟ ਦਿੱਤੇ ਹੁੰਦੇ ਨੇ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ। ਮਾਰਗ ਦਾ ਮਤਲਬ ਸਹੀ ਰਾਸਤੇ ਤੇ। ਜੇ ਉਹਦਾ ਦਾਸ ਕਿਤੇ ਪਹਿਲਾਂ ਕੁਰਾਏ ਪੈ ਗਿਆ ਸੀ, ਕੋਈ ਭੁੱਲਿਆ ਹੋਇਆ ਸੀ, ਤਾਂ ਉਸ ਪ੍ਰਭੂ ਨੇ ਉਸ ਦੇ ਪਹਿਲੇ ਗੁਣ ਔਗੁਣਾਂ ਨੂੰ ਨਾ ਵਿਚਾਰ ਕੇ ਉਹਨੂੰ ਸਹੀ ਰਾਸਤੇ ਤੇ ਪਾ ਦਿੱਤਾ। ਮੰਨ ਲਓ ਅੱਜ ਅਸੀਂ ਸਿੱਧੇ ਰਾਹ ਤੇ ਪੈਣਾ ਚਾਹੁੰਦੇ ਹਾਂ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ ਚਾਹੁੰਦੇ ਹਾਂ, ਤਾਂ ਹੁਣ ਗੁਰੂ ਨੂੰ ਸਾਡੇ ਪਿਛਲੇ ਜੀਵਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨੇ ਅੱਜ ਤੋਂ ਸਾਨੂੰ ਜ਼ਿੰਦਗੀ ਦੱਸਣੀ ਹੈ ਕਿ ਭਲੇ ਪੁਰਸ਼ਾ, ਐਵੇਂ ਜੇ ਤੂੰ ਜ਼ਿੰਦਗੀ ਜੀਵੇਂਗਾ ਤਾਂ ਤੇਰਾ ਜੀਵਨ ਸਫਲਾ ਹੋ ਜਾਏਗਾ। ਤਾਂ ਉਹ ਪਿਛਲੇ ਸਾਰੇ ਰੱਦ ਹੋ ਗਏ। ਅੱਗੋਂ ਬੰਦੇ ਦਾ ਜੀਵਨ ਚੰਗਾ ਬਣ ਜਾਂਦਾ ਹੈ ਜੇ ਬੰਦਾ ਬਣਾਉਣਾ ਚਾਹੇ ਤਾਂ। ਗੁਰੂ ਜੀ ਕਹਿੰਦੇ ਨੇ ਭੁੱਲਿਆ ਹੋਇਆਂ ਨੂੰ ਵੀ ਪ੍ਰਭੂ ਨੇ ਮਾਰਗ ਤੇ ਪਾਇਆ। ਉਹਨਾਂ ਦੇ ਗੁਣਾ ਅਵਗੁਣਾਂ ਦੀ ਵਿਚਾਰ ਨਾ ਕੀਤੀ, ਜੋ ਪ੍ਰਭੂ ਦੀ ਸ਼ਰਨ ਵਿੱਚ ਆਇਆ, ਜੋ ਗੁਰੂ ਦੀ ਸ਼ਰਨ ਵਿੱਚ ਆਇਆ। ਨਾਨਕ ਤਿਸ ਸਰਣਾਗਤੀ, ਜੇ ਸਗਲ ਘਟਾਂ ਆਧਾਰ। ਆਧਾਰ ਦਾ ਮਤਲਬ ਆਸਰਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ, ਜੋ ਸਾਰਿਆਂ ਸ਼ਰੀਰਾਂ ਦਾ, ਸਾਰਿਆਂ ਹਿਰਦਿਆਂ ਦਾ ਆਧਾਰ ਹੈ, ਜੋ ਸਭ ਦਾ ਆਸਰਾ ਹੈ।
ਮੈਂ ਉਹਦੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ ਔਰ ਮੈਂ ਉਹਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹਾਂ। ਤਾਂ ਸਾਨੂੰ ਵੀ ਚਾਹੀਦਾ ਭਾਈ, ਜੇ ਅਸੀਂ ਆਪਣੇ ਜੀਵਨ ਨੂੰ ਸਫਲ ਸਿੱਧਾ ਕਰਨਾ ਚਾਹੁੰਦੇ ਹਾਂ ਤਾਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਆਪ ਵਿਚਾਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਉਹ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।